ਤੇ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੀ ਇਸ ਸਮੇਂ ਫੀਸ ਨੂੰ ਲੈ ਕੇ ਜੋ ਪੇਚ ਫਸਿਆ ਹੋਇਆ ਉਸ ਨੂੰ ਸੁਲਝਾ ਲਿਆ ਜਾਵੇਗਾ। ਕਿਉਂਕਿ ਇੱਕ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਅਸੀਂ ਸੁਲਝਾ ਲਵਾਂਗੇ, ਪਰ ਦੋਵੇਂ ਧਿਰਾਂ ਜਿਨ੍ਹਾਂ ਦੇ ਵਿਚਾਲੇ ਪੂਰਾ ਵਿਵਾਦ ਹੈ, ਪ੍ਰਾਈਵੇਟ ਸਕੂਲ ਤੇ ਦੂਜੇ ਪਾਸੇ ਬੱਚਿਆਂ ਦੇ ਮਾਪੇ, ਉਹ ਆਪੋ ਆਪਣੇ ਸਟੈਂਡ ਦੇ ਉੱਤੇ ਨੇ ਕਿ ਜਦੋਂ ਬੱਚੇ ਸਕੂਲ ਗਏ ਨਹੀਂ ਤਾਂ ਫੀਸ ਕਿਉਂ। ਦੂਜੇ ਪਾਸੇ ਜਿਹੜੇ ਸਕੂਲ ਨੇ ਉਹ ਆਪਣਾ ਤਰਕ ਦੇ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਨਿਊਜ਼ 18 ਵੀ ਆਪਣੇ ਦਰਸ਼ਕਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਤੁਹਾਨੂੰ ਸਵਾਲ ਪੁੱਛ ਰਹੇ ਹਾਂ ਤੇ ਸਵਾਲ ਦਾ ਤੁਸੀਂ ਆਪਣਾ ਜਵਾਬ ਸਾਡੇ ਤੱਕ ਜ਼ਰੂਰ ਪਹੁੰਚਾਓ। ਸਵਾਲ ਹੈ ਕਿ ਜ਼ਰੂਰੀ ਹੈ 70% ਫੀਸ? ਬਹੁਤ ਸਿੱਧਾ ਤਾਂ ਸਾਡਾ ਅੱਜ ਦਾ ਸਵਾਲ ਹੈ ਕਿ ਜ਼ਰੂਰੀ ਹੈ 70% ਦੀ ਫੀਸ? ਇਹ ਅਸੀਂ ਆਮ ਲੋਕਾਂ ਤੋਂ, ਚਾਹੇ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਨਾਲ ਜੁੜੇ ਹੋਏ ਹੋ, ਚਾਹੇ ਤੁਸੀਂ ਤੁਹਾਡੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਤੁਹਾਡੀ ਕੀ ਰਾਏ ਹੈ ਤੁਸੀਂ ਸਾਡੇ ਤੱਕ ਪਹੁੰਚਾਓ। ਅਸੀਂ ਨੰਬਰ ਵੀ ਤੁਹਾਨੂੰ ਦੇ ਰਹੇ ਹਾਂ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ 70% ਫੀਸ ਜ਼ਰੂਰੀ ਹੈ ਤਾਂ ਫਿਰ ਤੁਹਾਨੂੰ ਮੈਸੇਜ ਟਾਈਪ ਕਰਨਾ ਹੋਵੇਗਾ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਜ਼ਰੂਰੀ ਨਹੀਂ ਹੈ ਤਾਂ ਫਿਰ ਤੁਸੀਂ ਨਿਊਜ਼ 18 ਸਪੇਸ ਦੇ ਕੇ PHH ਲਿਖੋ ਤੇ ਉਸ ਤੋਂ ਬਾਅਦ ਸਪੇਸ ਦੇ ਕੇ N ਲਿਖੋ ਤੇ ਇਸ ਨੂੰ 56677 ਦੇ ਉੱਤੇ ਭੇਜ ਦਿਓ। ਇਹ ਤੁਹਾਨੂੰ ਸਿੰਪਲ ਮੈਸੇਜ ਜਿਵੇਂ ਭੇਜਦੇ ਹੋ ਤੁਸੀਂ ਉਵੇਂ ਭੇਜਣਾ ਹੋਵੇਗਾ 56677 ਦੇ ਉੱਤੇ। ਅਸੀਂ ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ ਤੁਹਾਡੀ ਰਾਏ ਦੱਸਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਇੰਪੋਰਟੈਂਟ ਹੈ ਇਸ ਸਮੇਂ। ਕੋਸ਼ਿਸ਼ ਕਰਾਂਗੇ ਕਿ ਸਾਡਾ ਇਹ ਪ੍ਰੋਗਰਾਮ ਸਰਕਾਰ ਤੱਕ ਵੀ ਪਹੁੰਚੇ, ਸਰਕਾਰ ਦੇ ਨੁਮਾਇੰਦੇ ਵੀ ਦੇਖ ਰਹੇ ਹੋਣ, ਆਮ ਲੋਕਾਂ ਦੀ ਕੀ ਰਾਏ ਹੈ। ਆਮ ਲੋਕਾਂ ਦੇ ਲਈ ਸਰਕਾਰ ਹੈ ਨਾ, ਆਮ ਲੋਕਾਂ ਦੀ ਕੀ ਰਾਏ ਹੈ ਉਹ ਵੀ ਪਤਾ ਲੱਗੇ। ਇਸ ਮੈਸੇਜ ਦੇ ਜ਼ਰੀਏ ਉਮੀਦ ਕਰਾਂਗੇ ਕਿ ਐਂਡ ਦੇ ਵਿੱਚ, ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ ਸਾਡੇ ਦਰਸ਼ਕਾਂ ਦੀ ਰਾਏ ਸਰਕਾਰ ਤੱਕ ਜ਼ਰੂਰ ਪਹੁੰਚੇ ਕਿ ਲੋਕ ਕੀ ਚਾਹ ਰਹੇ ਨੇ। ਅਸੀਂ ਤੁਹਾਡੀ ਰਾਏ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਮੈਸੇਜ ਕਿਵੇਂ ਟਾਈਪ ਕਰਨਾ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆ ਰਿਹਾ ਹੈ। ਪੂਰੇ ਪ੍ਰੋਗਰਾਮ ਦੌਰਾਨ ਅਸੀਂ ਬਾਰ-ਬਾਰ ਇਸ ਨੂੰ ਦਿਖਾਉਂਦੇ ਰਹਾਂਗੇ ਤਾਂ ਕਿ ਸਾਡੇ ਦਰਸ਼ਕ ਆਪਣਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਰਹਿਣ। ਰੁਕ ਕਰਦੇ ਹਾਂ ਤੇ ਹੁਣ ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਤਰਕ ਨੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾ ਦਵਾਂ ਸਾਡੇ ਅੱਜ ਦੇ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਰਵਿੰਦਰ ਸਿੰਘ ਮਾਨ ਜੀ ਜੁੜ ਰਹੇ ਨੇ ਜੋ ਕਿ ਪ੍ਰਧਾਨ ਨੇ RASA ਦੇ। RASA ਸਟੈਂਡਸ ਫॉर ਰਿਸਰਚ ਐਂਡ ਐਫੀਲੀਏਟਡ ਸਕੂਲ ਐਸੋਸੀਏਸ਼ਨ। ਰਵਿੰਦਰ ਸਿੰਘ ਮਾਨ ਜੀ ਤੁਹਾਡਾ ਸਵਾਗਤ ਹੈ। ਸਾਡੇ ਨਾਲ ਇਸ ਸਮੇਂ ਜਸਪ੍ਰੀਤ ਸਿੰਘ ਪੇਰੈਂਟਸ ਐਸੋਸੀਏਸ਼ਨ ਦੇ ਨੁਮਾਇੰਦੇ ਜੁੜ ਰਹੇ ਨੇ ਲੁਧਿਆਣਾ ਤੋਂ। ਜਸਪ੍ਰੀਤ ਜੀ ਸਵਾਗਤ ਹੈ ਤੁਹਾਡਾ। ਸਾਡੇ ਨਾਲ ਇਸ ਸਮੇਂ ਜਗਜੀਤ ਸਿੰਘ ਜੁੜ ਰਹੇ ਨੇ, ਪਟੀਸ਼ਨ ਕਰਤਾ ਨੇ। ਜਗਜੀਤ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ। ਇਹ ਪ੍ਰੈਜ਼ੀਡੈਂਟ ਨੇ ਫੈਡਰੇਸ਼ਨ ਆਫ ਐਸੋਸੀਏਸ਼ਨ ਆਫ ਪ੍ਰਾਈਵੇਟ ਸਕੂਲਸ ਮੋਹਾਲੀ ਦੇ। ਤੇ ਇਸ ਦੇ ਨਾਲ ਹੀ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ ਵੀ ਜੁੜ ਰਹੇ ਨੇ, ਸਿੱਖਿਆ ਸ਼ਾਸਤਰੀ ਨੇ, ਮੰਨੇ ਪਰਮੰਨੇ ਸਿੱਖਿਆ ਮਾਹਰ ਨੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਸਾਹਿਬ ਤੁਹਾਡਾ ਵੀ ਸ਼ੁਰੂਆਤ ਤੁਹਾਡੇ ਤੋਂ ਹੀ। ਇੱਕ ਨਿਊਟਰਲ ਅਸੀਂ ਸਭ ਤੋਂ ਪਹਿਲਾਂ ਕਮੈਂਟ ਲੈਣਾ ਚਾਹਾਂਗੇ ਡਾਕਟਰ ਪਿਆਰੇ ਲਾਲ ਗਰਗ ਤੋਂ। ਇਸ ਪੂਰੇ ਵਿਵਾਦ ਨੂੰ ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਹੋ? ਹਰ ਕਿਸੇ ਦਾ ਆਪਣਾ ਤਰਕ ਹੈ, ਹਰ ਕੋਈ ਆਪਣਾ ਤਰਕ ਦੇ ਰਿਹਾ ਹੈ। ਬੱਚਿਆਂ ਦੇ ਪੇਰੈਂਟਸ ਕਹਿ ਰਹੇ ਨੇ ਕਿ ਅਸੀਂ ਤਾਂ ਬੱਚੇ ਭੇਜੇ ਨਹੀਂ, ਫੀਸ ਕਿਉਂ? ਦੂਜੇ ਪਾਸੇ ਸਕੂਲ ਆਪਣਾ ਪੂਰਾ ਤਰਕ ਦੇ ਰਹੇ ਨੇ। ਤੁਹਾਡਾ ਇਸ ਦੇ ਉੱਤੇ ਪਹਿਲਾ ਕਮੈਂਟ ਚਾਹੂੰਗਾ, ਉਸ ਤੋਂ ਬਾਅਦ ਅਸੀਂ ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਦੇਖੋ ਗੌਰਵ ਜੀ, ਜਿਹੜੇ ਦੋਨੇ ਧਿਰਾਂ ਤਰਕ ਦੇ ਰਹੀਆਂ ਨੇ ਉਹ ਤਰਕ ਇੱਕ ਪੱਖ ਦੱਸ ਰਹੀਆਂ ਨੇ, ਉਹ ਤਰਕ ਨਹੀਂ ਹੈ। ਤਰਕ ਹਮੇਸ਼ਾ ਹੁੰਦਾ ਜਦ ਦੋਨੇ ਧਿਰਾਂ ਨੂੰ ਜੀ, ਜਦ ਸਾਰੇ ਤੱਥਾਂ ਨੂੰ ਅਸੀਂ ਸਾਹਮਣੇ ਰੱਖ ਕੇ ਫੇਰ ਗੱਲ ਕਰਦੇ ਹਾਂ ਜੀ। ਹਾਂ, ਸੋ ਹੁਣ ਕੀ ਹੋ ਰਿਹਾ ਹੈ, ਜਿਹੜੇ ਇਹ ਸਕੂਲ ਨੇ ਉਹਨਾਂ ਦਾ ਮੈਂ ਵਿਚਾਰ ਸੁਣਿਆ। ਉਹ ਕਹਿੰਦੇ ਜੇ ਇਹਨਾਂ ਨੂੰ ਨਹੀਂ ਪੁੱਗਦਾ ਤਾਂ ਫਿਰ ਸਾਡੇ ਕੋਲ ਨਾ ਪੜ੍ਹਾਉਣ। ਇਹ ਸਕੂਲ ਆਪਦੀ ਮਰਜ਼ੀ ਨਹੀਂ ਕਰ ਸਕਦੇ। ਈਵਨ ਇੱਕ ਦੁਕਾਨਦਾਰ ਨਹੀਂ ਕਹਿ ਸਕਦਾ ਵੀ ਜੇ ਤੁਹਾਨੂੰ ਸਮਾਨ ਨਹੀਂ ਪੁੱਗਦਾ ਮੇਰਾ ਨਾਂ ਲਓ, ਉਹਨੂੰ ਵੀ ਰੇਟ ਤੈਅ ਕਰਨੇ ਪੈਣਗੇ। ਸੋ ਇਹ ਸਕੂਲ ਤਾਂ ਸਰਕਾਰ ਦੀ ਮਨਜ਼ੂਰੀ ਨਾਲ ਚੱਲ ਰਹੇ ਨੇ। ਸਰਕਾਰ ਨੂੰ NOC ਲੈਣ ਵੇਲੇ, ਇਤਰਾਜ਼ਹੀਨਤਾ ਸਰਟੀਫਿਕੇਟ ਲੈਣ ਵੇਲੇ ਲਿਖ ਕੇ ਦਿੰਦੇ ਨੇ ਕਿ ਅਸੀਂ ਸਾਰੀਆਂ ਸ਼ਰਤਾਂ ਮੰਨਾਂਗੇ, ਸ਼ਰਤਾਂ ਮੰਨਾਂਗੇ। ਹੁਣ ਕੀ ਹੋ ਰਿਹਾ? ਹੁਣ ਇਹ ਸਕੂਲ ਕਹਿੰਦੇ ਨੇ ਵੀ ਸਾਡੇ ਤਾਂ ਜੀ ਖਰਚੇ ਹੋ ਰਹੇ ਨੇ, ਖਰਚੇ ਹੋ ਰਹੇ ਨੇ, ਪਰ ਉਹਦੇ ਵਾਸਤੇ ਇੱਕ ਪ੍ਰਬੰਧ ਹੈ, ਉਹਦੀ ਇਹ ਗੱਲ ਨਹੀਂ ਕਰਦੇ। ਜਿਹੜੇ ਪੇਰੈਂਟਸ ਨੇ ਉਹ ਕਹਿੰਦੇ ਜੀ ਸਾਡੇ ਕੋਲ ਹੈ ਹੀ ਕੁਛ ਨਹੀਂ। ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਜਿੰਨੀ ਤਨਖਾਹ ਮਿਲਦੀ ਸੀ, ਜੇ ਓਨੀ ਹੀ ਤਨਖਾਹ ਮਿਲਦੀ ਰਹੀ ਆ ਕੋਵਿਡ ਦੇ ਦੌਰਾਨ, ਤੇ ਫਿਰ ਜਿਹੜਾ ਸਕੂਲ ਦੀ ਬਿਲਡਿੰਗ ਖੜੀ ਹੈ, ਸਕੂਲ 'ਚ ਫਿਕਸ ਚਾਰਜ ਨੇ, ਪਾਣੀ ਦੇ ਫਿਕਸ ਚਾਰਜ ਨੇ, ਬਿਜਲੀ ਦੇ ਨੇ, ਪਿਆ ਸਮਾਨ ਵੀ ਟੁੱਟ ਭੱਜ ਹੁੰਦੀ ਹੈ, ਚਾਹੇ ਉਹਨੂੰ ਨਾ ਵੀ ਵਰਤਿਆ ਜਾਵੇ, 20 ਰੰਟੀਅਰ ਹੁੰਦੀ, ਉਹਦੇ ਪੈਸੇ ਕਿਉਂ ਨਾ ਦੇਣ? ਉਹਨਾਂ ਤਾਂ ਤਨਖਾਹ ਮਿਲੀ ਹੈ ਨਾ, ਕੋਵਿਡ ਨੇ ਤਨਖਾਹ ਤਾਂ ਨਹੀਂ ਨਾ ਕੋਈ। ਬਿਲਕੁਲ। ਸੋ ਇਸ ਕਰਕੇ ਯਾਰ ਸਕੂਲ ਕੋਈ ਐਂ ਤਾਂ ਹੈ ਨਹੀਂ ਵੀ ਅੱਜ ਚਲਾ ਲਿਆ ਤੇ ਕੱਲ੍ਹ ਨੂੰ ਬੰਦ ਕਰਤਾ, ਇਹ ਕੋਈ ਕੰਪਿਊਟਰ ਤਾਂ ਹੈ ਨਹੀਂ। ਸੋ ਇਸ ਕਰਕੇ ਉਹਨਾਂ ਦਾ ਇਹ ਤਰਕ ਗਲਤ ਹੈ ਕਿ ਜੀ ਸਕੂਲਾਂ ਨੇ ਪੜ੍ਹਾਈ ਨਹੀਂ ਕਰਾਈ, ਅਸੀਂ ਫੀਸ ਕਾਹਦੀ ਦਈਏ।
ਇਹ ਗਲਤ ਹੈ। ਸਕੂਲ ਕੋਈ ਇੱਕ ਦਿਨ ਨਹੀਂ ਖੁੱਲਦਾ, ਜੀ। ਇੱਕ ਮਹੀਨੇ ਵਾਸਤੇ ਨਹੀਂ ਖੁੱਲਦਾ, 2 ਮਹੀਨੇ ਵਾਸਤੇ ਨਹੀਂ ਖੁੱਲਦਾ, ਛੁੱਟੀਆਂ 'ਚ ਵੀ ਤਾਂ ਦਿੰਦੇ ਹੀ ਨੇ। ਉਹਨਾਂ ਦਾ ਵੀ ਤਰਕ ਗਲਤ ਹੈ। ਹੁਣ ਅਸਲ ਗੱਲ ਕੀ ਹੈ, ਇੱਕ ਕਾਨੂੰਨ ਹੈ ਸਾਡਾ, ਜਦ ਅਸੀਂ ਕਾਨੂੰਨ ਦੇ ਹਿਸਾਬ ਦੇ ਉੱਤੇ ਫੈਸਲਾ ਕਰੀਏ ਤਾਂ ਬਹੁਤੇ ਵਾਰੀ ਉਹ ਠੀਕ ਹੁੰਦਾ ਹੈ। ਕਾਨੂੰਨ ਦੇ ਉੱਤੇ ਤਿੰਨੇ ਧਿਰਾਂ ਨਹੀਂ ਚੱਲ ਰਹੀਆਂ, ਮੈਨੂੰ ਤਾਂ ਲੱਗਦਾ ਸਰਕਾਰ ਵੀ ਨਹੀਂ ਚੱਲ ਰਹੀ। ਕਾਨੂੰਨ ਕੀ ਹੈ? ਕਾਨੂੰਨ ਦੇਸ਼ ਦਾ ਇਹ ਹੈ, ਮਾਨਯੋਗ ਸੁਪਰੀਮ ਕੋਰਟ ਨੇ ਤੈਅ ਕਰਿਆ ਹੋਇਆ ਹੈ ਕਿ ਹਰੇਕ ਜਿਹੜਾ ਸੈਲਫ ਫਾਈਨੈਂਸਿੰਗ ਸਕੂਲ ਹੈ, ਆਪਣੇ ਬਲਬੁੱਤੇ ਤੇ ਚੱਲਦਾ ਹੈ, ਉਹ ਆਪਣੀ ਫੀਸ ਤੈਅ ਕਰ ਸਕਦਾ ਹੈ ਤੇ ਆਪਦੇ ਸਾਰੇ ਖਰਚਿਆਂ ਚੋਂ ਵਾਧੂ 5 ਤੋਂ 15% ਉਹ ਫੀਸ ਦੇ ਰੂਪ 'ਚ, ਫੰਡਾਂ ਦੇ ਰੂਪ 'ਚ ਚਾਰਜ ਕਰ ਸਕਦਾ ਹੈ। ਉਹ 5 ਤੋਂ 15% ਜਿਹੜਾ ਵਾਧੂ, ਉਹਨੂੰ ਸਰਪਲਸ ਮਨੀ ਕਿਹਾ। ਉਹ ਸਰਪਲਸ ਕਾਹਦੇ ਵਾਸਤੇ ਹੈ? ਉਹ ਕਿਤੇ ਦੂਜੇ ਸਕੂਲ 'ਚ ਲਾਉਣ ਵਾਸਤੇ ਨਹੀਂ ਹੈ, ਉਹ ਕਿਸੇ ਮੈਨੇਜਮੈਂਟ ਕੋਲ ਜਾਣ ਵਾਸਤੇ ਨਹੀਂ ਹੈ, ਉਹ ਕਿਸੇ ਸੰਸਥਾ ਨੂੰ ਦੇਣ ਵਾਸਤੇ ਨਹੀਂ ਹੈ। ਉਹ ਪੈਸਾ ਇਸ ਵਾਸਤੇ ਹੈ ਕਿ ਜਦ ਕੋਈ ਸੰਕਟ ਪੈ ਜੇ ਸਕੂਲ ਨੂੰ, ਜਾਂ ਉਦੋਂ ਵਰਤਿਆ ਜਾਵੇ, ਜਾਂ ਸਕੂਲ ਦਾ ਕੋਈ ਐਕਸਪੈਂਸ਼ਨ ਕਰਨੀ ਹੈ, ਕੋਈ ਸਮਾਨ ਖਰੀਦਣਾ ਹੈ, ਕੋਈ ਨਵਾਂ ਸਮਾਨ ਖਰੀਦਣਾ ਹੈ, ਕੋਈ ਸਮਾਨ ਰਿਪਲੇਸ ਕਰਨਾ ਹੈ, ਉਹਦੇ ਵਾਸਤੇ ਉਹ ਪੈਸਾ ਸਰਪਲਸ ਮਨੀ ਆ। ਉਹਨੂੰ ਇਹ ਸਕੂਲ ਵਾਲੇ ਰਿਜ਼ਰਵ ਕਹਿ ਕੇ ਗਲਤ ਕਹਿੰਦੇ ਨੇ। ਉਹ ਰਿਜ਼ਰਵ ਨਹੀਂ ਹੈ, ਉਹ ਸਰਪਲਸ ਹੈ। ਸਰਪਲਸ ਤੇ ਰਿਜ਼ਰਵ ਦਾ ਫਰਕ ਸਾਰੇ ਜਾਣਦੇ ਨੇ। ਹੁਣ ਦੂਜੇ ਪਾਸੇ ਮਾਪੇ ਕੀ ਕਰਦੇ ਨੇ? ਮਾਪੇ ਕਹਿੰਦੇ ਵੀ ਅਸੀਂ ਪੜ੍ਹਾਉਣਾ ਤਾਂ ਪ੍ਰਾਈਵੇਟ ਸਕੂਲ 'ਚ, ਪਰ ਫੀਸ ਦੇਣੀ ਨਹੀਂ, ਕੋਈ ਪੈਸਾ ਵੀ ਨਾ ਸਾਤੋਂ ਲਿਆ ਜਾਵੇ। ਇਹ ਵੀ ਗਲਤ ਹੈ। ਜਿਹੜੇ ਮਾਪਿਆਂ ਦੀ ਆਮਦਨ ਤੇ ਕੋਵਿਡ ਕਰਕੇ ਕੋਈ ਅਸਰ ਨਹੀਂ ਪਿਆ ਤੇ ਉਹ ਫੀਸ ਕਿਉਂ ਨਾ ਦੇਣ ਬਈ? ਉਹਨਾਂ ਨੂੰ ਕਿਹੜੀ ਜਸਟੀਫਿਕੇਸ਼ਨ ਫੀਸ ਨਾ ਦੇਣ? ਪਰ ਜਿਨ੍ਹਾਂ ਦਾ ਕੋਈ ਰੁਜ਼ਗਾਰ ਹੀ ਨਹੀਂ ਰਿਹਾ, ਜਿਨ੍ਹਾਂ ਦੀਆਂ ਦੁਕਾਨਾਂ ਹੀ ਬੰਦ ਹੋ ਗਈਆਂ ਛੋਟੀਆਂ ਮੋਟੀਆਂ, ਜਿਨ੍ਹਾਂ ਦੀ ਤਨਖਾਹ ਅੱਧੀ ਰਹਿ ਗਈ, ਸਰਕਾਰ ਨੇ ਫਰਜ਼ੋਰ ਘਟਾਤੀ, ਤੇ ਉਹਨਾਂ ਤੋਂ ਪੂਰੀ ਫੀਸ ਕਿਉਂ ਲਈ ਜਾਵੇ ਜਦ ਕਿ ਤੁਸੀਂ ਤੁਹਾਡੇ ਕੋਲ ਸਰਪਲਸ ਫੰਡ ਹੈਗਾ? ਤਾਂ ਫਿਰ ਠੀਕ ਹੈ, ਤੁਸੀਂ ਜਿਹੜਾ ਪੁਆਇੰਟ ਚੁੱਕ ਰਹੇ ਹੋ, ਫਿਰ ਇਹ ਤਾਂ ਬਹੁਤ ਔਖਾ ਹੋ ਜਾਏਗਾ ਕਿ ਕਿਵੇਂ ਕੱਢੀਏ ਪੂਰਾ ਨਿਚੋੜ, ਕਿ ਕਿਸ ਦੀ ਸੈਲਰੀ ਆਈ, ਕਿਸ ਦੀ ਸੈਲਰੀ ਨਹੀਂ ਆਈ, ਜਾਂ ਤਾਂ ਹਰ ਕੋਈ ਆਪਣੀ ਬੈਂਕ ਸਟੇਟਮੈਂਟ ਲੈ ਕੇ ਪਹੁੰਚੇ ਉੱਥੇ ਸਕੂਲਾਂ ਦੇ ਵਿੱਚ। ਇਹ ਵੀ ਮੈਂ ਦੱਸ ਦਿੰਦਾ। ਜੀ। ਹਾਂ, ਇਹਦਾ ਵੀ ਹੈਗਾ ਤਰੀਕਾ, ਇਹਦਾ ਵੀ ਤਰੀਕਾ ਹੈ। ਅਸੀਂ 4500 ਸਕੂਲਾਂ ਦਾ ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਜਸਟਿਸ ਰਣਜੀਤ ਸਿੰਘ ਜੀ ਦੇ ਅੰਡਰ। ਉਸ ਤੋਂ ਬਾਅਦ ਜਸਟਿਸ ਅਮਰਜੀਤ ਦੱਤ ਜੀ ਉਹਦੇ ਚੇਅਰਮੈਨ ਰਹੇ ਨੇ, ਮੈਂ ਉਹਦਾ ਮੈਂਬਰ ਰਿਹਾ। 4500 ਸਕੂਲਾਂ ਦੀ ਇਕੱਲੇ ਦੀ ਆਮਦਨ ਦੀ ਪਹਿਲੀ ਗੱਲ ਉਹ ਰਿਪੋਰਟ ਦਿੱਤੀ ਹੋਈ ਹੈ। ਇਹ ਸਾਰੇ ਸੈਲਫ ਫਾਈਨੈਂਸਿੰਗ ਸਕੂਲ ਜੀ। ਉਹ ਰਿਪੋਰਟ ਸਰਕਾਰ ਕੋਰਟ ਕੋਲੇ ਵੀ ਹੈ, ਸਰਕਾਰ ਕੋਲ ਵੀ ਹੈ। ਕੋਰਟ ਕੋਲ ਤਾਂ ਉਹਦੇ 5500 ਪੇਜ ਦੀ ਰਿਪੋਰਟ ਹੈ, 12 ਵਾਲੀਅਮ 'ਚ। ਸਰਕਾਰ ਨੂੰ ਉਹਦਾ ਬਰੀਫ ਭੇਜਿਆ ਹੋਇਆ। ਉਹ ਤੋਂ ਦੇਖਿਆ ਜਾ ਸਕਦਾ ਕਿਹੜੇ ਸਕੂਲ ਦੀ ਕਿੰਨੀ ਆਮਦਨ ਹੈ। ਕਰੋੜਾਂ ਰੁਪਈਆ ਕਮਾਉਂਦੇ ਨੇ ਸਕੂਲ। ਪਹਿਲੀ ਗੱਲ, ਉਸ ਪੈਸੇ ਦੇ ਵਿੱਚੋਂ ਜਿਨ੍ਹਾਂ ਨੂੰ ਪੂਰੀ, ਇੱਕ ਤਰੀਕਾ ਤਾਂ ਹੈਗਾ ਹੀ ਹੈ ਨਾ ਵੀ ਜਿਨ੍ਹਾਂ ਨੂੰ ਪੂਰੀ ਤਨਖਾਹ ਮਿਲਦੀ ਹੈ ਸਰਕਾਰੀ ਅਦਾਰੇ ਤੋਂ ਜਾਂ ਪ੍ਰਾਈਵੇਟ ਤੋਂ, ਉਹਨਾਂ ਦਾ ਤਾਂ ਸਿੱਧਾ ਹੀ ਹੋ ਸਕਦਾ ਨਾ ਵੀ ਉਹ ਤਾਂ ਫੀਸ ਦੇ ਹੀ ਸਕਦੇ ਨੇ, ਉਹਨਾਂ ਤਾਂ ਕੋਈ ਆਮਦਨ ਨਹੀਂ ਘਟੀ। ਦੂਜਿਆਂ ਦਾ ਆਪਾਂ ਮੰਨ ਲਓ ਵੀ ਉਹਨਾਂ ਨੂੰ ਆਮਦਨ ਨਹੀਂ ਹੋਈ, ਆਪਾਂ ਨੂੰ ਪਤਾ ਇੰਡਸਟਰੀ ਵੀ ਬੰਦ ਰਹੀ ਹੈ, ਵਪਾਰ ਵੀ ਬੰਦ ਰਹੇ ਨੇ, ਆਪਾਂ ਵੈਸੇ ਹੀ ਮੰਨ ਲਓ ਵੀ ਇਹਨਾਂ ਦਾ ਜੀ ਆਮਦਨ ਘਟੀ ਹੈ। ਬਸ ਆਹ ਦੋ ਤਰੀਕੇ ਨੇ। ਠੀਕ ਹੈ, ਮੈਂ ਤੁਹਾਡੇ ਪੁਆਇੰਟ ਤੇ ਵਾਪਸ ਆਉਂਗਾ ਡਾਕਟਰ ਸਾਹਿਬ, ਮੈਂ ਪੁਆਇੰਟ ਤੇ ਵਾਪਸ ਆਉਂਗਾ। ਮੈਂ ਛੋਟੇ ਕਮੈਂਟ ਲਵਾਂ ਤਾਂ ਕਿ ਆਪਾਂ ਇਸ ਚਰਚਾ ਨੂੰ ਅੱਗੇ ਵਧਾਈਏ, ਸਾਰਿਆਂ ਦਾ ਪੱਖ ਜਾਣੀਏ। ਸਾਡੇ ਨਾਲ ਇਸ ਸਮੇਂ ਪਟੀਸ਼ਨ ਕਰਤਾ ਵੀ ਨੇ, ਸਾਡੇ ਨਾਲ ਇਸ ਸਮੇਂ ਜਗਜੀਤ ਸਿੰਘ ਜੀ ਨੇ। ਜਗਜੀਤ ਜੀ, ਤਰਕ ਤੁਸੀਂ ਸੁਣੇ ਹੋਣਗੇ, ਡਾਕਟਰ ਸਾਹਿਬ ਕੀ ਕਹਿ ਰਹੇ ਨੇ, ਤੁਹਾਡੇ ਤਰਕ ਅਲੱਗ ਹੋ ਸਕਦੇ ਨੇ, ਪਰ ਲੋਕ ਬਹੁਤ ਸਿੱਧਾ ਸਵਾਲ ਕਰ ਰਹੇ ਨੇ। ਲੋਕ ਕਹਿ ਰਹੇ ਨੇ ਬਹੁਤ ਵੱਡੇ ਸਕੂਲ ਨੇ, ਬਹੁਤ ਵੱਡੇ ਅਦਾਰੇ ਨੇ, ਕਿ ਜੇ 3 ਮਹੀਨੇ ਨਹੀਂ ਫੀਸ ਦਿੱਤੀ ਤਾਂ ਕਿ ਵਾਕਈ ਨਹੀਂ ਚੱਲ ਸਕਦੇ। ਤੁਹਾਡੇ ਕੀ ਤਰਕ ਨੇ, ਸਮਝਣਾ ਚਾਹਾਂਗਾ। ਮੈਂ ਸੋਸ਼ਲ ਮੀਡੀਆ ਤੇ ਨਾਲ ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਆਪਣੇ ਦਰਸ਼ਕਾਂ ਦੀ ਰਾਏ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਇੱਕ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਦਰਸ਼ਕ ਜੁੜੇ, ਉਹਨਾਂ ਦਾ ਨਾਮ ਹੈ ਸਚਿਨ ਕਪੂਰ। ਉਹ ਕਹਿ ਰਹੇ ਨੇ ਕਿ ਮੇਰੀ ਜਿਹੜੀ ਵਾਈਫ ਹੈ ਉਸ ਦੀ ਜੌਬ ਚਲੀ ਗਈ ਤੇ ਮੇਰੀ ਸੈਲਰੀ ਹਾਫ ਹੋ ਚੁੱਕੀ ਹੈ। ਅਜਿਹੇ ਕੇਸਿਸ ਦੇ ਲਈ ਉਹ ਕਿਵੇਂ ਫੀਸ ਦੇਣ? ਸਵਾਲ ਤਾਂ ਬਹੁਤ ਸਿੱਧਾ ਜਿਹਾ ਕਿ ਅਜਿਹੇ ਪੇਰੈਂਟਸ ਜੋ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਅੱਛੇ ਸਕੂਲ ਦੇ ਵਿੱਚ ਪੜ੍ਹਨ, ਤਾਂ ਉਹਨਾਂ ਦੇ ਲਈ ਹੁਣ ਕੀ ਹੈ? ਮੈਂ ਤੁਹਾਡਾ ਪੱਖ ਜਾਣਨਾ ਚਾਹਾਂਗਾ ਕਿਉਂਕਿ ਪਟੀਸ਼ਨ ਲੈ ਕੇ ਤੁਸੀਂ ਪਹੁੰਚੇ ਅਦਾਲਤ ਦੇ। ਮੈਂ ਪਹਿਲਾਂ ਆਪਦੀ ਤੁਹਾਨੂੰ ਪ੍ਰੋਪਰ ਇੰਟਰੋਡਕਸ਼ਨ ਦੇਦਾ। ਮੈਂ ਮੋਹਾਲੀ ਤੋਂ ਨਹੀਂ ਹੈਗਾ, ਮੈਂ ਪੰਜਾਬ ਦੇ ਸਾਰੇ ਜਿਹੜੀਆਂ ਐਸੋਸੀਏਸ਼ਨਸ ਤੇ ਪੰਜਾਬ ਦੇ ਸਾਰੇ ਸਕੂਲਾਂ ਦੀ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਹੈਗਾ। ਤੇ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਬਹੁਤ ਸੰਤੁਲਿਤ ਗੱਲ ਕੀਤੀ ਹੈ, ਬੜੀ ਬੈਲੈਂਸਡ ਗੱਲ ਕੀਤੀ ਹੈ। ਜੋ ਸਾਡੀਆਂ ਕਮੀਆਂ ਨੇ ਉਹ ਸਾਨੂੰ ਦਿਖਾਈਆਂ ਨੇ, ਜੋ ਪੇਰੈਂਟਸ ਦੀਆਂ ਕਮੀਆਂ ਨੇ ਉਹਨਾਂ ਨੂੰ ਦਿਖਾਈਆਂ ਨੇ। ਜੇ ਇਹੋ ਜਿਹੇ ਸੂਝਵਾਨ ਵਿਅਕਤੀ ਸਾਡੇ ਵਿਚਕਾਰ ਸ਼ੁਰੂ ਦੇ ਵਿੱਚ ਪਏ ਹੁੰਦੇ, ਮਸਲਾ ਇੱਥੇ ਤੱਕ ਪਹੁੰਚਦਾ ਹੀ ਨਹੀਂ ਸੀਗਾ। ਪਹਿਲੀ ਗੱਲ, ਕਿਉਂਕਿ ਖੁਸ਼ੀ ਹੁੰਦੀ ਹੈ ਜਦੋਂ ਕੋਈ ਤਰਕ ਨਾਲ ਗੱਲ ਕਰਦਾ ਤੇ ਫਿਰ ਉਸਦਾ ਤਰਕ ਨਾਲ ਜਵਾਬ ਦਿੱਤਾ ਜਾਂਦਾ। ਜੋ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਉਹ ਬਿਲਕੁਲ ਸਹੀ ਹੈ ਵੀ ਸਾਡੇ ਕੋਲ 5% ਤੋਂ ਲੈ ਕੇ 15% ਤੱਕ, ਜਾਣੀ ਕਿ 85% ਅਸੀਂ ਖਰਚਾ ਕਰਨਾ ਹੁੰਦਾ। ਇੰਨੀ ਕੁ ਸਾਡੇ ਕੋਲ ਜਿਹੜੀ ਸਰਪਲਸ ਹੋਣਾ ਚਾਹੀਦਾ ਉਹ ਸਰਪਲਸ ਹੁੰਦਾ ਹੈ, ਤੇ ਇਹ ਸੰਕਟ ਸਮੇਂ ਵਰਤਿਆ ਜਾਣਾ ਚਾਹੀਦਾ, ਜਾਂ ਸਕੂਲ ਦੀ ਉਸੇ ਸਕੂਲ ਦੀ ਡਿਵੈਲਪਮੈਂਟ ਵਾਸਤੇ ਵਰਤਿਆ ਜਾਂਦਾ ਹੈ।
ਤਾਂ ਇਸ ਕੈਟਾਗਰੀ ਵਿੱਚ ਕੁਝ ਸਕੂਲ ਜਿਹੜੇ ਕਾਫੀ ਵੱਡੀ ਹਾਈ ਫੀਸ ਸਟਰਕਚਰ ਦੇ ਨੇ, ਉਹਨਾਂ ਕੋਲ ਸਰਪਲਸ ਪਿਆ ਵੀ ਹੁੰਦਾ, FDR ਦੇ ਰੂਪ ਚ ਪਿਆ ਹੁੰਦਾ, ਉਹ ਆਪਣੇ ਪਹਿਲੀ ਗੱਲ ਤਾਂ ਉਹਨਾਂ ਨੂੰ ਸੈਲਰੀਜ਼ ਆਪਦੇ ਸਟਾਫ ਨੂੰ ਰਿਲੀਜ਼ ਕਰਨੀਆਂ ਚਾਹੀਦੀਆਂ ਨੇ। ਦੂਸਰੀ ਗੱਲ, ਪੇਰੈਂਟਸ ਨੂੰ ਵੀ ਕੁਝ ਰਿਲੈਕਸੇਸ਼ਨ ਦੇਣਾ ਚਾਹੀਦਾ। ਲੇਕਿਨ ਇੱਕ ਪਿਛਲੇ ਦੌਰ ਦੇ ਵਿੱਚ ਸੇਫਟੀ ਵਾਹਨ ਦੇ ਤਹਿਤ ਇੱਕਦਮ ਸਾਰੇ ਸਕੂਲਾਂ ਦੀਆਂ ਬੱਸਾਂ ਨਕਾਰਾ ਕਰ ਦਿੱਤੀਆਂ ਗਈਆਂ ਸੀਗੀਆਂ। ਪਿਛਲੇ 2-3 ਸਾਲਾਂ ਵਿੱਚ ਮੈਂ ਸਰ ਤੁਹਾਨੂੰ ਕੰਪਲੀਟ ਗੱਲ ਜੀ ਜੀ ਨਹੀਂ ਤੁਹਾਡੀ ਆਵਾਜ਼ ਆ ਰਹੀ ਹੈ, ਤੁਹਾਡੀ ਮੇਰੀ ਆਵਾਜ਼ ਆ ਰਹੀ ਹੈ, ਪਿੱਛੇ ਕੰਪਲੀਟ ਮੈਨੂੰ ਕਰ ਲਓ। ਤੁਹਾਡੀ ਹੋਰ ਆਵਾਜ਼ਾਂ ਆ ਰਹੀਆਂ ਨੇ, ਉਹ ਬੰਦ ਕਰ ਦਿਓ ਪਲੀਜ਼, ਮੈਥੋਂ ਗੱਲ ਨਹੀਂ ਸੁਣ ਰਹੀ ਤੁਹਾਡੀ। ਗੌਰਵ ਠੀਕ ਜੀ ਹੈ। ਮੈਨੂੰ ਆਵਾਜ਼ ਵਿੱਚ ਹੋਰ ਆ ਰਹੀਆਂ ਨੇ ਜੀ। ਇਹ ਤੁਹਾਡੀ ਕੋਈ ਹੋਰ ਨਿਊਜ਼ ਚੱਲ ਪਈਆਂ ਜੀ ਵਿੱਚ ਮੇਰੇ। ਨਹੀਂ ਤੁਹਾਡੀ ਆਵਾਜ਼ ਕਲੀਅਰ ਪਹੁੰਚ ਰਹੀ ਹੈ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਤੁਹਾਡੀ ਤੁਸੀਂ ਆਵਾਜ਼ ਸਾਡੇ ਕੋਲ ਉੱਧਰੋਂ ਕਲੀਅਰ ਆ ਨਾਲ ਰਹੀ ਹੈ, ਠੀਕ ਕਰਵਾ ਦਰਸ਼ਕਾਂ ਦਿਓ, ਤੱਕ ਮੈਨੂੰ ਕਲੀਅਰ ਜਾ ਬੋਲਣ 'ਚ ਰਹੀ ਹੈ। ਦਿੱਕਤ ਆ ਰਹੀ ਹੈ। तो दूसरी गल चलो ठीक है, मैं ਤੁਹਾਡੇ ਕੋਲ वापस आना है, जी। देखते हैं कि क्या दिक्कत है। मैं अपनी टीम ਨੂੰ ਕਹਾਂਗਾ ਕਿ प्लीज देखਣ की क्या प्रॉब्लम है। मैं एक बार रुक कर लेने, मैं ਤੁਹਾਡੇ ਕੋਲ वापस आऊंगा। जगजीत जी ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ, ਕੰਟੀਨਿਊ ਕਰਦਾ ਜੀ, ਆਵਾਜ਼ ਹਟ जगजीत जी ਆਵਾਜ਼ ਹੁਣ ਤਾਂ ਨਹੀਂ ਆ ਰਹੀ, ਤਾਂ ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਰਿਹਾ। ਸੋ ਉਹ ਸਰਪਲਸ ਜਿਹੜਾ ਹੈਗਾ ਸੀ ਨਵੀਆਂ ਬੱਸਾਂ ਪਰਚੇਜ ਕਰਨ 'ਚ ਹੋਰ ਪਿਛਲੇ ਦੌਰ 'ਚ ਲੱਗ ਚੁੱਕਿਆ। ਜੋ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਬਿਲਕੁਲ ਸਹੀ ਹੈ, ਪਰੰਤੂ ਮੈਂ ਦੱਸਣਾ ਚਾਹਣਾ ਵੀ ਬਹੁਤ ਸਾਰੇ ਸਕੂਲ ਨੇ ਜਿਹੜੇ ਬਜਟ ਸਕੂਲ ਨੇ, ਜਿਨ੍ਹਾਂ ਦਾ ਫੀਸ ਸਟਰਕਚਰ 500 ਤੋਂ ਸ਼ੁਰੂ ਹੋ ਕੇ 2500 ਦੀ ਰੇਂਜ ਤੱਕ ਆ, ਉਹ ਪਿਛਲੇ ਦੌਰ ਦੇ ਵਿੱਚ ਨਵੀਆਂ ਅਪਡੇਟਸ ਕਰਨ ਦੇ ਵਿੱਚ ਉਹਨਾਂ ਕੋਲ ਸਰਪਲਸ ਨਹੀਂ ਹੈਗਾ। ਜਿਵੇਂ ਇਹਨਾਂ ਨੇ ਗੱਲ ਕਹੀ ਹੈ, ਬਹੁਤ ਸਾਰਿਆਂ ਕੋਲ ਹੋ ਵੀ ਸਕਦਾ ਹੈ। ਹੁਣ ਆਪਾਂ ਸਿੱਧਾ ਪੁਆਇੰਟ ਦੇ ਉੱਤੇ ਆਈਏ ਵੀ ਜਿਹੜੇ ਸਾਡੇ ਕੋਲ ਐਵਰੇਜ 3% ਫੀਸ ਆਈ ਆ ਪੂਰੇ ਪੰਜਾਬ ਦਾ, ਮੇਰੇ ਕੋਲ ਡਾਟਾ ਹੈ, ਕਿਸੇ ਕੋਲ 16% ਆਈ ਹੈ, ਕਿਸੇ ਕੋਲ ਬਿਲਕੁਲ ਨਹੀਂ ਆਈ। ਐਵਰੇਜ 3 ਤੋਂ ਲੈ ਕੇ 5% ਫੀਸ ਆਈ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬਾਕੀ ਸਾਰਿਆਂ ਦਾ ਕੰਮ ਬੰਦ ਹੋ ਗਿਆ ਸੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈਗਾ। ਸੋ ਜਿਹੜੇ ਸਮਰੱਥ ਪੇਰੈਂਟਸ ਸੀ ਉਹਨਾਂ ਨੇ ਨਹੀਂ ਭਰੇ। ਉਹਦਾ ਕਾਰਨ ਕੀ ਸੀਗਾ ਵੀ ਕੁਝ ਇਹੋ ਜਿਹੇ ਮੀਡੀਆ ਦੇ ਵਿੱਚ ਇਹੋ ਜਿਹੇ ਬਿਆਨ ਆ ਗਏ ਜ਼ਿੰਮੇਵਾਰ ਵਿਅਕਤੀਆਂ ਵੱਲੋਂ, ਜਿਨ੍ਹਾਂ ਨੇ ਕਿਹਾ ਵੀ ਹਜੇ ਭਰਨ ਦੀ ਲੋੜ ਨਹੀਂ ਹੈਗੀ। ਸੋ ਉਹਨਾਂ ਦੇ ਕਾਰਨ ਪੇਰੈਂਟਸ ਰੁਕੇ ਹੋਏ ਨੇ। 70-80% ਪੇਰੈਂਟਸ ਨੇ ਜਿਹੜੇ ਉਹ ਹੈਪੀ ਨੇ, ਖੁਸ਼ ਨੇ ਇਸ ਸਿਸਟਮ ਦੇ ਨਾਲ। ਸਾਰੇ ਲਰਨਿੰਗ ਫੇਜ਼ ਦੇ ਵਿੱਚ ਆ। ਨਵਾਂ ਸਿਸਟਮ ਅਸੀਂ ਅਡਾਪਟ ਕਰਨ ਜਾ ਰਹੇ ਹਾਂ। ਹੁਣ ਸਾਡਾ ਫੋਕਸ ਇਸ ਗੱਲ ਤੋਂ ਹਟ ਕੇ ਪੇਰੈਂਟਸ ਦਾ ਔਰ ਸਾਡਾ ਇਸ ਗੱਲ ਤੇ ਆਉਣਾ ਚਾਹੀਦਾ ਵੀ ਜੇ ਇਹ ਸਿਸਟਮ ਲੰਬਾ ਚੱਲਦਾ ਤਾਂ ਆਨਲਾਈਨ ਸਾਡਾ ਇੱਕ ਪੱਕਾ ਅੰਗ ਬਣਨ ਜਾ ਰਿਹਾ। ਜਦੋਂ ਠੀਕ ਹੋਊਗੀ ਸਥਿਤੀ ਉਦੋਂ ਵੀ ਬਣਨ ਜਾ ਰਿਹਾ, ਤਾਂ ਆਪਾਂ ਇਸ ਸਟੱਡੀ ਨੂੰ ਮਿਲ ਕੇ ਕਿਵੇਂ ਕੰਟੀਨਿਊ ਕਰ ਸਕੀਏ। ਦੂਜਾ ਮੈਂ ਫੇਰ ਤੋਂ ਸਪਸ਼ਟ ਕਰ ਦਿਆਂ ਵੀ ਇੱਕ ਜਿਹੜੀ ਮੈਂ ਵਿਚਾਲੇ ਤੁਹਾਨੂੰ ਥੋੜਾ ਜਿਹਾ ਰੋਕਾਂ। ਨਹੀਂ ਮੈਂ ਹੋਰ ਕਲੀਅਰ, ਦੇਖੋ ਜਿਹੜੇ ਦਰਸ਼ਕ ਨੇ ਨਾ ਬਹੁਤ ਟੈਕਨੀਕਲ ਚੀਜ਼ਾਂ ਸ਼ਾਇਦ ਨਾ ਸਮਝਣ। ਮੈਂ ਬਹੁਤ ਕਲੀਅਰ ਸਵਾਲ ਇਸ ਕਰਕੇ ਵੀ ਤੁਹਾਨੂੰ ਪੁੱਛ ਰਿਹਾ ਹਾਂ ਕਿ ਤੁਸੀਂ ਇਸ ਸਮੇਂ ਕੀ ਕਹਿ ਰਹੇ ਹੋ ਕਿ ਅਜਿਹਾ ਕੋਈ ਸਟਰਕਚਰ ਬਣਾਇਆ ਜਾਵੇ ਕਿ ਜਿਹੜੇ ਸਮਰੱਥ ਨੇ ਉਹ ਫੀਸ ਦੇ ਦੇਣ, ਜਿਨ੍ਹਾਂ ਦੀਆਂ ਸੈਲਰੀਆਂ ਕੱਟ ਗਈਆਂ, ਜਿਨ੍ਹਾਂ ਦੇ ਰੋਜ਼ਗਾਰ ਧੰਦੇ ਬੰਦ ਹੋ ਗਏ, ਉਹਨਾਂ ਨੂੰ ਕੋਈ ਰਿਆਇਤ ਦੇ ਦਿਓ। ਤੁਸੀਂ ਪ੍ਰਾਈਵੇਟ ਸਕੂਲ ਕੋਈ ਰਿਆਇਤ ਦੇ ਦੇਣ ਨੂੰ ਤਿਆਰ ਆ। ਕੱਲ ਸਾਨੂੰ ਐਵੇਂ ਕੁਝ ਹੋਵੇ। ਕੱਲ ਸਾਨੂੰ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਤੇ ਮਾਨਯੋਗ ਅਤੁਲ ਨੰਦਾ ਜੀ ਨੇ ਜੋ ਐਡਵੋਕੇਟ ਜਨਰਲ ਨੇ, ਤੇ ਉਹਨਾਂ ਨੇ ਬੜੇ ਸੁਹਿਰਦ ਮਨ ਦੇ ਨਾਲ ਸਾਨੂੰ ਬੁਲਾਇਆ ਸੀ। ਅਸੀਂ ਬੈਠੇ ਸੀਗੇ, ਮੀਟਿੰਗਸ ਹੋਈਆਂ ਤੇ ਗੱਲਬਾਤ ਅਜੇ ਵੀ ਜਾਰੀ ਹੈਗੀ ਆ ਸਾਡੀ। ਤੇ ਅਸੀਂ ਉਹਨਾਂ ਨੂੰ ਆਪਦੇ ਵੱਲੋਂ 3-4 ਆਪਸ਼ਨਸ ਦੇ ਦਿੱਤੀਆਂ ਨੇ, ਜਿਹੜੀਆਂ 2 ਆਪਸ਼ਨਸ ਮੈਂ ਇੱਥੇ ਬਿਆਨ ਨਹੀਂ ਕਰ ਸਕਦਾ। ਸਿਰਫ ਮੈਂ ਇਹੀ ਦੱਸਣਾ ਚਾਹਣਾ ਵੀ ਅਸੀਂ ਇੱਕ ਪਹਿਲਾਂ ਸਰਕਾਰ ਨੇ ਫੈਸਲਾ ਕੀਤਾ ਸੀ, ਉਹਦੇ ਵਿੱਚ ਕੁਝ ਅਮੈਂਡਮੈਂਟਸ ਕਰਕੇ ਅਸੀਂ ਉਹ ਦਿੱਤਾ ਹੈਗਾ ਉਹਨਾਂ ਨੂੰ ਵੀ ਇਸ ਨੂੰ ਵਿਚਾਰ ਲਿਆ ਜਾਵੇ। ਜੋ ਕੋਰਟ ਦਾ ਫੈਸਲਾ ਸੀ ਉਸ ਦੇ ਵਿੱਚ ਅਸੀਂ ਘਟਾ ਕੇ ਵਧਾ ਕੇ ਜੋ ਵੀ ਸਿਸਟਮ ਚਾਹੁੰਦੇ ਸੀ ਉਹ ਅਸੀਂ ਦੇ ਦਿੱਤਾ। ਤੀਸਰੀ ਜਿਹੜੀ ਅਸੀਂ ਆਪਸ਼ਨ ਦੇ ਦਿੱਤੀ ਹੈ ਵੀ ਸਾਡਾ ਜਨਵਰੀ ਮਹੀਨੇ ਦਾ ਬਿੱਲ ਲੈ ਲਓ, ਜੋ ਸਾਡੇ ਜਨਵਰੀ ਦੇ ਵਿੱਚ ਅਸੀਂ ਸੈਲਰੀਜ਼ ਦਿੱਤੀਆਂ ਨੇ ਡਰਾਈਵਰਸ ਨੂੰ, ਕੰਡਕਟਰਸ ਨੂੰ, ਟੀਚਰਸ ਨੂੰ, ਪੀਐਨਸ ਨੂੰ, ਤੇ ਸਾਡੇ ਰੋਡ ਟੈਕਸ ਤੇ ਬਿਜਲੀ ਦੇ ਖਰਚੇ। ਸਾਨੂੰ ਸਿਰਫ ਮੈਨੇਜਮੈਂਟਸ ਨੂੰ ਇਸ ਟਾਈਮ ਇੰਨਾ ਹੀ ਚਾਹੀਦਾ ਵੀ ਸਾਡਾ ਸਟਾਫ ਦੀ ਸਰਵਾਈਵਲ ਬਣੀ ਰਹੇ। ਅਸੀਂ ਕੋਈ ਪ੍ਰੋਫਿਟ ਅਰਨਿੰਗ ਸੰਸਥਾਵਾਂ ਨਹੀਂ ਹੈਗੀਆਂ। ਜੇ ਸਾਨੂੰ 3 ਮਹੀਨੇ ਕੋਈ ਵੀ ਮੈਨੇਜਮੈਂਟ ਨੂੰ ਸਰਪਲਸ ਮਨੀ ਨਹੀਂ ਮਿਲਦਾ ਤਾਂ ਅਸੀਂ ਖੁਸ਼ ਹੈਗੇ ਹਾਂ ਇਸ ਦੇ ਵਿੱਚ। ਲੇਕਿਨ ਜੇ ਇਸ ਤਰ੍ਹਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਪੇਰੈਂਟਸ ਲਾਈਨ ਖਿੱਚਦੇ ਨੇ ਵੀ ਅਸੀਂ ਦੇਣਾ ਹੀ ਕੁਝ ਨਹੀਂ ਹੈਗਾ, ਤਾਂ ਉਹ ਚੀਜ਼ ਗਲਤ ਆ ਜਾਂਦੀ ਹੈ। ਸਮਰੱਥ ਪੇਰੈਂਟਸ ਨੂੰ ਸਗੋਂ ਦੀ ਜੇ 1 ਮਹੀਨੇ ਦੀ ਜਮ੍ਹਾਂ ਕਰਾਉਂਦੇ ਨੇ ਉਹਨਾਂ ਕੋਲ ਇਕੱਠੇ ਆ ਗਏ 3 ਦੇ ਕਰਾਉਣ, ਬਾਕੀਆਂ ਦਾ ਕੰਮ ਚੱਲ ਜੇ। 10% 8% ਪੇਰੈਂਟਸ ਨੂੰ ਅਸੀਂ ਆਪਦੇ ਪੱਧਰ ਦੇ ਉੱਤੇ ਫੀਸ ਡੈਫਰ ਕਰਨ ਲਈ ਤਿਆਰ ਹਾਂ। ਕੋਈ ਜੁਰਮਾਨਾ ਨਹੀਂ, ਕੋਈ ਕੁਛ ਨਹੀਂ। ਅਸੀਂ ਉਹਨਾਂ ਦੀ ਪੜ੍ਹਾਈ ਕੰਟੀਨਿਊ ਰੱਖਾਂਗੇ, ਸਭ ਕੁਝ ਕਰਾਂਗੇ। ਅਸੀਂ ਇਸ ਟਾਈਮ ਬੜੇ ਸੁਹਿਰਦ ਮਨ ਨਾਲ ਬੈਠੇ ਹਾਂ ਜੀ। ਚਲੋ ਠੀਕ ਹੈ, ਆਪਾਂ ਛੋਟੇ ਕਮੈਂਟ ਰੱਖੀਏ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਇਸ ਸਮੇਂ ਜਸਪ੍ਰੀਤ ਸਿੰਘ ਜੀ ਜੁੜੇ ਹੋਏ ਨੇ, ਪੇਰੈਂਟਸ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਜਸਪ੍ਰੀਤ ਜੀ, ਬਹੁਤ ਸਹੀ ਤਰੀਕੇ ਦੇ ਨਾਲ ਗੱਲਬਾਤ ਅੱਗੇ ਵਧ ਰਹੀ ਹੈ ਕਿ ਵਾਕਈ ਹੁਣ ਕੁੰਡੀ ਇੱਥੇ ਹੀ ਫਸੀ ਹੋਈ ਹੈ ਕਿ ਕਿਸੇ ਨੇ ਵੀ ਨਹੀਂ ਫੀਸ ਦੇਣੀ, ਕਿਉਂਕਿ ਜਿਹੜੇ ਪੇਰੈਂਟਸ ਐਸੋਸੀਏਸ਼ਨ ਨੇ ਉਹਨਾਂ ਦੇ ਉੱਤੇ ਤਾਂ ਜ਼ਿੰਮੇਵਾਰੀ ਇਸ ਸਮੇਂ ਵੱਡੀ ਹੈ ਕਿ ਜੇਕਰ ਕੋਈ ਫੀਸ ਦੇ ਸਕਦਾ ਤਾਂ ਦੇ ਦੇਵੇ, ਤੇ ਜਿਹੜੇ ਸਕੂਲ ਐਸੋਸੀਏਸ਼ਨ ਹੈ ਉਹ ਕਹਿ ਰਹੇ ਨੇ ਕਿ ਜਿਹੜੇ ਫੀਸ ਨਹੀਂ ਦੇ ਸਕਦੇ ਅਸੀਂ ਉਹਨਾਂ ਬਾਰੇ ਸੋਚਾਂਗੇ, ਅਸੀਂ ਉਹਨਾਂ ਨੂੰ ਰਿਆਇਤਾਂ ਦੇਵਾਂਗੇ। ਜਸਪ੍ਰੀਤ ਜੀ।
हाँ जी, सत श्री अकाल जी। पहला तो मैं आपकी इंट्रोडक्शन दे दिया जी। मैं स्टूडेंट्स फैडरेशन, स्टूडेंट्स डेमोक्रेटिक फैडरेशन SDF का प्रेजिडेंट हाँ, एज वैल एज पेरेंट्स एसोसीएशन ਨੂੰ ਡੀਲ ਕਰ ਰਿਹਾ। ਸਭ ਤੋਂ ਪਹਿਲਾਂ ਤਾਂ ਜਿਹੜੇ ਗਰਗ ਸਾਹਿਬ ਨੇ ਜੋ ਕਮੈਂਟਸ ਦਿੱਤੇ ਨੇ ਇਸ ਡਿਬੇਟ ਨੂੰ ਸ਼ੁਰੂ ਹੁੰਦਿਆਂ, ਦੇ ਆਰ ਵੈਰੀ ਐਪਰੀਸ਼ੀਏਬਲ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਿਹੜੀ ਉਹਨਾਂ ਨੇ ਗੱਲ ਕੀਤੀ 5 ਤੋਂ 15% ਜਿਹੜੀ ਉਹਨਾਂ ਕੋਲ ਸਰਪਲਸ ਸਕੂਲਸ ਕੋਲੇ ਮਨੀ ਹੈ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜੇ COVID-19 ਕਰਕੇ ਅੱਜ ਜੇ ਵਪਾਰੀ ਦਾ ਵਪਾਰ ਜਾਂ ਇੰਪਲੋਇਮੈਂਟ ਦੀ ਤਨਖਾਹ ਪੂਰੀ ਨਹੀਂ ਆ ਰਹੀ ਤਾਂ 5 ਤੋਂ 15% ਦੀ ਜਿਹੜੀ ਇਹਨਾਂ ਦੀ ਸਰਪਲਸ ਮਨੀ ਉਹਨੂੰ ਯੂਜ਼ ਕਰ ਸਕਦੇ ਨੇ। ਔਰ ਮੈਂ ਜਿਹੜੇ ਸਾਡੇ ਮੇਰੇ ਦੋਸਤ ਜਗਜੀਤ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਸਕੂਲਸ ਐਸੋਸੀਏਸ਼ਨ ਦੇ, ਮੈਂ ਉਹਨਾਂ ਦੀ ਗੱਲ ਨੂੰ ਵੀ ਸੁਣਿਆ, ਬਹੁਤ ਵਧੀਆ ਲੱਗਿਆ। ਪਰ ਮੈਨੂੰ ਜੋ ਲੱਗਦਾ ਜੋ ਅੱਜ ਆਮ ਇਨਸਾਨ ਦੀ, ਆਮ ਬੰਦੇ ਦੀ ਜੋ ਇਨਕਮ ਦੇ ਵਿੱਚ ਜੋ ਆਰਥਿਕਤਾ ਤੇ ਉਹਦੇ ਆਰਥਿਕ ਬੋਝ ਪਿਆ, ਮੈਨੂੰ ਲੱਗਦਾ ਜੇ ਸਕੂਲਸ ਵਾਲਿਆਂ ਨੂੰ 2 ਮਹੀਨੇ 3 ਮਹੀਨੇ ਜੇ ਫੀਸਿਸ ਲਏ ਬਿਨਾ ਸਕੂਲਸ ਚਲਾਉਣ 'ਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਜਿਹੜੇ ਲੋਕ ਸਵੇਰੇ ਕਮਾ ਕੇ ਸ਼ਾਮ ਨੂੰ ਖਾਂਦੇ ਆ ਉਹਨਾਂ ਨੂੰ ਫੀਸਿਸ ਦੇਣ 'ਚ ਪ੍ਰੋਬਲਮ ਆਉਣੀ ਹੈ। ਐਜ਼ ਵੈਲ ਐਜ਼ ਇਹਦੇ 'ਚ ਮੈਂ ਇਹ ਵੀ ਕਹਿਣਾ ਚਾਹੁੰਦਾ ਜਗਜੀਤ ਸਿੰਘ ਜੀ ਨੂੰ, ਪ੍ਰੈਜ਼ੀਡੈਂਟ ਨੇ ਜਿਹੜੇ ਐਸੋਸੀਏਸ਼ਨ ਕਿ ਉਹ ਕੁਝ ਹੱਦ ਤੱਕ ਸਕੂਲਸ ਆਪਣੀ ਤਾਂ ਠੀਕ ਨੇ, ਕਿਉਂਕਿ ਜੇ ਉਹਨਾਂ ਨੂੰ ਇਨਕਮ ਨਹੀਂ ਹੋਏਗੀ ਤਾਂ ਉਹਨਾਂ ਦੀ ਜਿਹੜੀ ਰੂਟੀਨ ਲਾਈਫ ਹੈ ਉਹਦੇ 'ਚ ਦਿੱਕਤਾਂ ਆਉਣਗੀਆਂ। ਇੱਥੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਸਕੂਲਸ ਨੂੰ, ਜਿਹੜੇ ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇਹ ਬਿਜ਼ਨਸ ਹੈ, ਇਹਨਾਂ ਦੇ ਖਰਚੇ ਨੇ, ਜਿੱਦਾਂ ਮਰਜ਼ੀ ਸਮਝ ਲਓ। ਪੰਜਾਬ ਗਵਰਨਮੈਂਟ ਨੂੰ ਚਾਹੀਦਾ ਜੀ ਇਹਨਾਂ ਦੇ ਇਲੈਕਟ੍ਰਿਸਿਟੀ ਦੇ ਬਿੱਲ ਨੇ ਕੋਈ ਜਾਂ ਕਿਸੇ ਤਰ੍ਹਾਂ ਦੇ ਕੋਈ ਖਰਚੇ ਨੇ ਉਹਨਾਂ ਨੂੰ ਕੁਝ ਐਗਜ਼ੈਂਪਟ ਕਰ ਦੇਣ, ਸਬਸਿਡੀਜ਼ ਦੇ ਦੇਣ, ਕੋਈ ਹੈਲਪ ਕਰ ਦੇਣ। ਠੀਕ ਹੈ, ਦੇਖੋ ਜੀ ਪੇਰੈਂਟਸ ਵੱਲੋਂ ਜਿਵੇਂ ਪੇਰੈਂਟਸ ਦੇ ਬਿਹਾਫ ਤੇ ਗੱਲ ਕਰਾਈਆ, ਤੁਸੀਂ ਜਿਹੜੇ ਤਰਕ ਦੇ ਰਹੇ ਹੋ ਨਾ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਾਡੇ ਨਾਲ ਮਾਨ ਸਾਹਿਬ ਵੀ ਜੁੜੇ ਹੋਏ ਨੇ ਬਠਿੰਡਾ ਤੋਂ, ਲਗਾਤਾਰ ਮੈਂ ਉਹਨਾਂ ਕੋਲ ਵੀ ਆਉਂਗਾ। ਮੈਂ ਛੋਟਾ ਜਿਹਾ ਇੱਥੇ ਬ੍ਰੇਕ ਲੈਣਾ, ਪਰ ਇੱਥੇ ਇੱਕ ਹੋਰ ਬਹੁਤ ਅਹਿਮ ਪੁਆਇੰਟ ਹੈ। ਮੈਨੂੰ ਲੱਗ ਰਿਹਾ ਕਿ ਜੇ ਇਹੀ ਮੀਟਿੰਗ ਸਰਕਾਰ ਵਾਲੀ ਮੀਟਿੰਗ ਦੇ ਵਿੱਚ ਇਹ ਸਾਰੇ ਨੁਮਾਇੰਦੇ ਹੁੰਦੇ ਤਾਂ ਸ਼ਾਇਦ ਹੁਣ ਤੱਕ ਮਸਲੇ ਦਾ ਹੱਲ ਕੱਢ ਲਿਆ ਜਾਂਦਾ। ਆਖਿਰ ਏਡੇ ਵੱਡੇ ਲੈਵਲ ਦੇ ਉੱਤੇ ਹੋ ਰਹੀ ਮੀਟਿੰਗ ਦੇ ਵਿੱਚ ਕਿਉਂ ਹੱਲ ਨਹੀਂ ਨਿਕਲ ਰਿਹਾ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਅਸੀਂ ਵਾਪਸ ਆਵਾਂਗੇ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਸਾਡੇ ਦਰਸ਼ਕ ਆਪਣੀ ਰਾਏ ਜ਼ਰੂਰ ਦੇਣ। ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਦਰਸ਼ਕਾਂ ਦੀ ਰਾਏ ਹੈ ਕਿ ਫੀਸ ਨੂੰ ਲੈ ਕੇ ਕਿ 70% ਫੀਸ ਜ਼ਰੂਰੀ ਹੈ। ਅਸੀਂ ਇਹੀ ਸਵਾਲ ਤੁਹਾਡੇ ਤੋਂ ਪੁੱਛ ਰਹੇ ਹਾਂ। ਤੁਸੀਂ ਆਪਣੇ ਜਵਾਬ 56677 ਦੇ ਉੱਤੇ ਸਾਨੂੰ ਜ਼ਰੂਰ ਭੇਜੋ। ਰੁਕ ਰਹੇ ਹਾਂ ਛੋਟੇ ਜਿਹੇ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਕਿ ਸਕੂਲਾਂ ਦੀ ਫੀਸ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਤਰਕ ਕੀ ਹੈ? ਸਕੂਲਾਂ ਦਾ ਆਪਣਾ ਤਰਕ ਹੈ, ਮਾਪਿਆਂ ਦਾ ਆਪਣਾ ਤਰਕ ਹੈ, ਹਰ ਕੋਈ ਆਪੋ ਆਪਣੇ ਤਰਕ ਦੇ ਰਿਹਾ। ਸਭ ਦੇ ਵਿਚਾਲੇ ਮੀਟਿੰਗਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਇਸ ਪ੍ਰੋਗਰਾਮ ਦੇ ਸ਼ੁਰੂਆਤੀ ਇੱਕ ਜਿਹੜਾ ਅਸੀਂ ਚਰਚਾ ਕੀਤੀ ਹੈ ਉਸ ਦੇ ਵਿੱਚ ਤਾਂ ਇਹੀ ਲੱਗ ਰਿਹਾ ਸੀ ਕਿ ਗੱਲਬਾਤ ਹੋ ਸਕਦੀ ਹੈ ਕਿ ਵਾਕਈ ਜਿਹੜੀ ਸਰਕਾਰੀ ਪੱਧਰ ਦੇ ਉੱਤੇ ਸਰਕਾਰ ਦੇ ਲੈਵਲ ਤੇ ਗੱਲਬਾਤ ਹੋ ਰਹੀ ਹੈ ਉਸ ਦੇ ਵਿੱਚ ਕੋਈ ਹੱਲ ਨਹੀਂ ਨਿਕਲ ਰਿਹਾ। ਤੇ ਇਸ ਵਿਚਾਲੇ ਅਸੀਂ ਆਪਣੇ ਦਰਸ਼ਕਾਂ ਤੋਂ ਸਵਾਲ ਪੁੱਛ ਰਹੇ ਹਾਂ। ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ। ਸਵਾਲ ਬਹੁਤ ਸਿੱਧਾ ਜਾ ਜੋ ਸਾਡੇ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ 70% ਫੀਸ ਜ਼ਰੂਰੀ ਹੈ। ਇਹੀ ਸਵਾਲ ਤੁਸੀਂ ਪੇਰੈਂਟਸ ਤੋਂ ਤਾਂ ਵੀ ਜਵਾਬ ਦਿਵੋ, ਜੇਕਰ ਤੁਸੀਂ ਪ੍ਰਾਈਵੇਟ ਸਕੂਲ ਦੇ ਨਾਲ ਜੁੜੇ ਹੋਏ ਹੋ ਤਾਂ ਵੀ ਜਵਾਬ ਦਿਵੋ। ਤੇ ਕਿਵੇਂ ਜਵਾਬ ਦੇਣਾ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਦਿਖਾ ਰਹੇ ਹਾਂ। ਸਵਾਲ ਕਿ ਜ਼ਰੂਰੀ ਹੈ 70% ਦੀ ਫੀਸ, ਕਿ ਬਿਨਾਂ ਫੀਸ ਤੋਂ ਕੰਮ ਨਹੀਂ ਚੱਲੇਗਾ ਪ੍ਰਾਈਵੇਟ ਸਕੂਲਾਂ ਦਾ। ਤੇ ਤੁਸੀਂ ਮੈਸੇਜ ਭੇਜਣਾ ਨਿਊਜ਼ 18 ਸਪੇਸ ਦੇ ਕੇ PHH ਲਿਖੋ, ਤੁਹਾਡਾ ਜਵਾਬ ਹਾਂ ਜਾਂ ਨਾ ਦੇ ਵਿੱਚ ਹੈ ਤਾਂ Y ਜਾਂ N ਲਿਖ ਕੇ ਇਸ ਨੂੰ ਭੇਜ ਦਿਓ 56677 ਦੇ ਉੱਤੇ। ਬ੍ਰੇਕ ਦੇ ਦੌਰਾਨ ਮੇਰੀ ਟੀਮ ਵੀ ਮੈਨੂੰ ਇਹ ਦੱਸ ਰਹੀ ਸੀ ਕਿ ਇੱਕ ਹੀ ਨੰਬਰ ਤੋਂ ਬਹੁਤ ਸਾਰੇ ਮੈਸੇजेस ਆ ਰਹੇ ਨੇ, ਤਾਂ ਇਹ ਵੀ ਧਿਆਨ ਰੱਖੋ ਕਿ ਅਸੀਂ ਬਹੁਤ ਸਾਰੇ ਮੈਸੇजेस ਜਿਹੜੇ ਇੱਕ ਨੰਬਰ ਤੋਂ ਆਏ ਹੋਣਗੇ ਅਸੀਂ ਇੱਕ ਹੀ ਉਸ ਨੂੰ ਕਾਊਂਟ ਕਰਾਂਗੇ ਤਾਂ ਕਿ ਇੱਕ ਫੇਅਰ ਜਿਹੜਾ ਅਸੀਂ ਤੁਹਾਨੂੰ ਡੇਟਾ ਦੇ ਸਕੀਏ। ਤੇ ਇਸ ਵਿਚਾਲੇ ਸਾਡੇ ਨਾਲ ਕੁਝ ਦਰਸ਼ਕ ਫੇਸਬੁੱਕ ਦੇ ਜ਼ਰੀਏ ਵੀ ਜੁੜ ਰਹੇ ਨੇ। ਉਹਨਾਂ ਦੇ ਵਿੱਚੋਂ ਕੁਝ ਮੈਂ ਨੋਟ ਕੀਤੇ ਜੋ ਬ੍ਰੇਕ ਦੇ ਦੌਰਾਨ, ਉਹ ਵੀ ਤੁਹਾਨੂੰ ਦੱਸਦਾ। ਸਾਕਸ਼ੀ ਗਰਗ ਕਹਿ ਰਹੇ ਨੇ ਕਿ ਟੀਚਰਸ, ਉਹ ਖੁਦ ਟੀਚਰਸ ਨੇ, ਸਾਕਸ਼ੀ ਗਰਗ ਕਹਿੰਦੇ ਨੇ ਕਿ ਉਹ ਖੁਦ ਟੀਚਰ ਨੇ ਤੇ ਜੇਕਰ ਫੀਸ ਨਹੀਂ ਦੇਣਗੇ ਪੇਰੈਂਟਸ ਤਾਂ ਉਹ ਕਿਵੇਂ ਕੰਟੀਨਿਊ ਕਰਨਗੇ। ਉਹ ਕਹਿ ਰਹੇ ਨੇ ਕਿ ਫੀਸ ਦੇਵੋ। ਇਸੇ ਤਰ੍ਹਾਂ ਅਮਰਜੀਤ ਕੌਰ ਸੇਮ ਗੱਲ ਕਹਿ ਰਹੇ ਸੀ ਕਿ ਅਸੀਂ ਟੀਚਰ ਹਾਂ, ਕਿਵੇਂ ਪੇਰੈਂਟਸ ਜੇ ਫੀਸ ਨਹੀਂ ਦੇਣਗੇ ਤਾਂ ਅਸੀਂ ਕੰਟੀਨਿਊ ਕਰਾਂਗੇ। ਪਰ ਬਹੁਤ ਸਾਰੇ ਲੋਕਾਂ ਦੇ ਸਵਾਲ ਬਹੁਤ ਵਾਜਿਬ ਵੀ ਨਜ਼ਰ ਆਉਂਦੇ ਨੇ। ਇੱਕ ਸਾਡੇ ਨਾਲ ਸਨੀ ਹਾਂਡਾ, ਉਹਨਾਂ ਨੇ ਮੈਸੇਜ ਕੀਤਾ। ਉਹ ਕਹਿ ਰਹੇ ਨੇ ਕਿ ਮੈਂ ਸ਼ਾਪਕੀਪਰ ਹਾਂ, ਮੈਂ ਆਪਣੀ ਦੁਕਾਨ ਚਲਾਉਣਾ, ਕਰਫਿਊ ਦੇ ਦੌਰਾਨ ਦੁਕਾਨਾਂ ਬੰਦ ਸੀ, ਮੇਰੀ ਰੋਜ਼ਗਾਰ ਬੰਦ ਰਿਹਾ, ਮੈਂ ਹੁਣ ਕਿਵੇਂ ਫੀਸ ਭਰਾਂ? ਜਿਹੜੇ ਮੇਰੇ ਕੋਲ EMPLOYEES ਸੀ ਮੈਂ ਉਹਨਾਂ ਨੂੰ ਤਨਖਾਹ ਦਿੱਤੀ ਹੈ ਤਾਂ ਸਕੂਲ ਵਾਲੇ ਇਸ ਤਰ੍ਹਾਂ ਕਿਉਂ ਨਹੀਂ ਕਰ ਸਕਦੇ? ਇਸੇ ਤਰ੍ਹਾਂ ਮੈਂ ਹੋਰ ਮੈਸੇਜ ਲੈਂਦੇ ਰਵਾਂਗਾ ਅਸੀਂ, ਤੇ ਹੋਰ ਸਵਾਲ ਜਿਹੜੇ ਦਰਸ਼ਕਾਂ ਦੇ ਉਹ ਵੀ ਲੈਂਦੇ ਰਹਾਂਗੇ। ਰੁਕ ਕਰਦੇ ਹਾਂ। ਜਿਹੜੇ ਮਹਿਮਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਸਾਡੇ ਨਾਲ ਰਵਿੰਦਰ ਸਿੰਘ ਮਾਨ ਜੀ ਜੁੜੇ ਹੋਏ ਨੇ ਬਠਿੰਡਾ ਤੋਂ। ਮਾਨ ਸਾਹਿਬ, ਤੁਸੀਂ ਬਹੁਤ ਇੰਤਜ਼ਾਰ ਕੀਤਾ ਹੈ ਪਰ ਹੁਣ ਤੁਹਾਡਾ ਰਿਐਕਸ਼ਨ ਮੈਂ ਜ਼ਰੂਰ ਚਾਹਾਂਗਾ।
ਦੇਖੋ ਲੋਕਾਂ ਦੀ ਰਾਏ ਇਸ ਸਮੇਂ ਕੀ ਹੈ। ਆਮ ਲੋਕ ਬਹੁਤ ਸਿੱਧਾ ਸਵਾਲ ਪੁੱਛਦੇ ਨੇ ਕਿ ਬਹੁਤ ਵੱਡੇ ਵੱਡੇ ਸਕੂਲ ਨੇ, ਪ੍ਰਾਈਵੇਟ ਸਕੂਲਾਂ ਨੂੰ ਲੈ ਕੇ, ਉਹਨਾਂ ਦੀਆਂ ਫੀਸਾਂ ਨੂੰ ਲੈ ਕੇ ਬਹੁਤ ਸਾਰੇ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਨੇ। ਉਹ ਤੁਹਾਨੂੰ ਵੀ, ਤੁਸੀਂ ਵੀ ਬਾਖੂਬੀ ਇਸ ਚੀਜ਼ ਨੂੰ ਸਮਝਦੇ ਹੋ, ਤੁਸੀਂ ਜੁੜੇ ਹੋਏ ਹੋ ਇਹਨਾਂ ਨਾਲ। ਲੋਕ ਕਹਿ ਰਹੇ ਨੇ ਕਿ ਇੰਨੇ ਵੱਡੇ ਵੱਡੇ ਸਕੂਲ ਨੇ ਕਿ ਇਹ 2 ਮਹੀਨੇ 3 ਮਹੀਨੇ ਬਿਨਾਂ ਫੀਸਾਂ ਤੋਂ ਨਹੀਂ ਚੱਲ ਸਕਦੇ, ਕਿ ਆਮ ਲੋਕਾਂ, ਉਹਨਾਂ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਜਿਨ੍ਹਾਂ ਦੇ ਬੱਚਿਆਂ ਦੇ ਉੱਥੇ ਪੜ੍ਹਨ ਦੇ ਨਾਲ, ਉਹਨਾਂ ਦੀ ਫੀਸਾਂ ਦੇ ਨਾਲ ਇਹ ਪੂਰੇ ਏਡੇ ਵੱਡੇ ਵੱਡੇ ਇੰਪਾਇਰ ਖੜੇ ਹੋ ਗਏ। ਮੈਂ ਤੁਹਾਡਾ ਕਮੈਂਟ ਚਾਹਾਂਗਾ। ਲੋਕ ਬਹੁਤ ਸਿੱਧਾ ਸਵਾਲ ਪੁੱਛਦੇ ਨੇ ਕਿ ਅਸੀਂ ਕਿਵੇਂ ਦੇ ਦਈਏ ਫੀਸ, ਸਾਡਾ ਬੱਚਾ ਨਹੀਂ ਜਾ ਰਿਹਾ ਉੱਥੇ, ਜਦੋਂ ਸਕੂਲ ਜਾਏਗਾ ਅਸੀਂ ਫੀਸ ਦੇ ਦੇਵਾਂਗੇ। ਗੌਰਵ ਜੀ, ਮੈਂ ਪਹਿਲਾਂ ਆਪਣੇ ਬਾਰੇ ਦੱਸ ਦਿਆਂ। ਡਾਕਟਰ ਰਵਿੰਦਰ ਸਿੰਘ ਮਾਨ, ਰਿਕੋਗਨਾਈਜ਼ਡ ਐਂਡ ਐਫੀਲੀਏਟਡ ਸਕੂਲ ਐਸੋਸੀਏਸ਼ਨ ਰਾਸਾ ਪੰਜਾਬ। ਮੈਨੂੰ ਇਸ ਐਜੂਕੇਸ਼ਨ ਨਾਲ ਜੁੜੇ ਨੂੰ 40 ਸਾਲ ਹੋ ਗਏ। ਜੋ ਮੇਰਾ ਸਕੂਲ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਅਸੀਂ ਜੁੜੇ ਹੋਏ ਹਾਂ। ਪਰ ਜਦੋਂ ਮੈਂ ਦੇਖਦਾ ਕਿ ਗੱਲ ਕਰੋੜਾਂ ਦੀ ਹੁੰਦੀ ਹੈ, ਪਰ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਕੂਲ ਜੁੜੇ ਹੋਏ, ਭਾਵੇਂ ਪਿੰਡਾਂ 'ਚ ਭਾਵੇਂ ਸ਼ਹਿਰਾਂ 'ਚ ਨੇ, ਉਹ ਕੋਈ ਕਰੋੜਾਂ ਨਾਲ ਨਹੀਂ। ਪਰ ਸਭ ਤੋਂ ਵੱਡੀ ਗੱਲ, ਅਸੀਂ ਐਜੂਕੇਸ਼ਨਿਸਟ ਹਾਂ, ਸਾਨੂੰ ਆਪਣੇ ਬੱਚਿਆਂ ਦਾ ਫਿਕਰ ਹੈ। ਜੇ ਸਾਡੇ ਬੱਚੇ ਪੜ੍ਹਾਈ ਤੋਂ ਪਾਸੇ ਹੋ ਗਏ, ਇਹਨਾਂ ਨੇ ਸਾਡੇ ਕੋਲ ਹੀ ਆਉਣਾ, ਅਸੀਂ ਇਹਨਾਂ ਨੂੰ ਪੜ੍ਹਾਉਣਾ। ਅਸੀਂ ਜਦੋਂ ਆਉਣਗੇ ਅਸੀਂ ਇਹਨਾਂ ਨੂੰ ਲਾਈਨ 'ਤੇ ਕਿਵੇਂ ਲੈ ਕੇ ਆਵਾਂਗੇ। ਜਿਹੜੀ ਗੱਲ ਆਨਲਾਈਨ ਪੜ੍ਹਾਈ ਦੀ ਗੱਲ ਹੈ, ਕੋਈ WhatsApp 'ਤੇ ਪੜ੍ਹਾਉਂਦਾ ਜਾਂ ਆਨਲਾਈਨ ਪੜ੍ਹਾਉਂਦਾ, ਉਹ ਬੱਚਿਆਂ ਨੂੰ ਐਜੂਕੇਸ਼ਨ ਨਾਲ ਜੋੜਨ ਵਾਲਾ ਹੈ। ਪਰ ਮੈਂ ਦੇਖਿਆ ਵੀ ਕੋਈ ਜ਼ਿਆਦਾ ਫੀਸਾਂ ਦਾ ਪੇਰੈਂਟਸ ਨੇ ਰੌਲਾ ਨਹੀਂ ਪਾਇਆ, ਜ਼ਿਆਦਾ ਜੋ ਕੋਈ ਆਪਣੇ ਆਪ ਨੂੰ ਪ੍ਰਧਾਨ ਸਮਝਦਾ ਉਹਨਾਂ ਨੇ ਜ਼ਿਆਦਾ ਰੌਲਾ ਪਾਇਆ। ਮੈਂ ਦੇਖਿਆ ਜਿਵੇਂ ਸਾਡੇ ਜਗਜੀਤ ਸਿੰਘ ਜੀ ਹੈ, ਇਹ ਸਾਡੇ ਸਾਰੇ ਐਸੋਸੀਏਸ਼ਨ ਨੂੰ ਲਾ ਕੇ ਅੱਗੇ ਲੱਗੇ ਹੋਏ, ਚੰਗੀ ਇਹ ਸੇਧ ਦੇ ਰਹੇ ਆ। ਪਰ ਪੇਰੈਂਟਸ ਜਦੋਂ ਜਾਂ ਕੋਈ ਹੋਰ ਲੋਕ ਸਾਨੂੰ ਮਾਫੀਆ ਜਾਂ ਕੋਈ ਲਟੇਰੇ, ਕੋਈ ਇਹੋ ਜਿਹੇ ਲਫ਼ਜ਼ ਵਰਤਦੇ ਆ, ਮੈਨੂੰ ਉਦੋਂ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਆਪਦੇ ਬੱਚਿਆਂ ਨੂੰ ਇਹਨਾਂ ਲੋਕਾਂ ਕੋਲੇ ਸੌਂਪਦੇ ਆ। ਪਰ ਤੁਸੀਂ ਪੇਰੈਂਟਸ, ਸਾਡੇ ਕੋਲੇ ਬੱਚੇ 6 ਘੰਟੇ ਸੰਭਾਲਦੇ ਨੇ। ਕਿੰਨਾ ਟੀਚਰ ਹਰ ਇੱਕ ਗੱਲ ਬੱਚੇ ਵਾਸਤੇ ਪੇਰੈਂਟਸ ਨੂੰ ਦੱਸਦਾ ਵੀ ਤੁਹਾਡਾ ਬੱਚਾ ਬੜਾ ਵਧੀਆ, ਤੁਹਾਡਾ ਬੱਚਾ ਇੱਥੇ ਹੈ। ਫਿਰ ਬਾਕੀ ਸਕੂਲਾਂ ਦੇ ਵਿੱਚ ਹੋਰ ਕੋਈ ਖਰਚੇ ਬਹੁਤ ਜ਼ਿਆਦਾ ਨਹੀਂ। ਹੁਣ ਮੈਂ ਇੱਕ ਬੱਸ ਲਈ ਸੀ, ਉਹਦਾ ਮੈਨੂੰ ਫੋਨ ਆਇਆ ਅਪ੍ਰੈਲ ਦੇ ਵਿੱਚ ਵੀ ਇਹਦੀ ਕਿਸ਼ਤ ਤੁਸੀਂ ਭਰੋਗੇ। ਮੈਂ ਕਿਹਾ ਜੀ ਸਰਕਾਰ ਨੇ ਮਾਫ ਕਰਤੀ। ਉਹ ਕਹਿੰਦੇ ਮਾਫ ਨਹੀਂ ਕਰੀ ਤੁਹਾਨੂੰ, ਜਿਹੜਾ 3 ਮਹੀਨੇ ਲੇਟ ਕਰੀਆਂ, ਪਰ ਜੇ ਤੁਸੀਂ ਲੇਟ ਭਰੋਗੇ ਤਾਂ ਇਹਦਾ 15,000 ਰੁਪਇਆ ਜਦੋਂ ਤੁਹਾਡੀਆਂ ਕਿਸ਼ਤਾਂ ਪੂਰੀਆਂ ਹੋਣੀਆਂ ਹੋਰ ਵੱਧ ਪੈ ਜਾਊਗਾ। ਹੁਣ ਜਿਹੜੇ ਲੁਕਵੇਂ ਖਰਚੇ ਇਸ ਤਰ੍ਹਾਂ ਦੇ ਲਾ ਲਓ, ਜਾਂ ਸਰਕਾਰ ਸਾਨੂੰ ਪਹਿਲਾਂ ਹੀ ਬੁਲਾ ਲੈਂਦੀ ਅਪ੍ਰੈਲ ਦੇ ਵਿੱਚ, ਸਾਡੇ ਨਾਲ ਬਹਿ ਕੇ ਗੱਲ ਕਰਦੀ, ਸਾਨੂੰ ਸ਼ਾਬਾਸ਼ੇ ਦਿੰਦੀ, ਸਾਡੇ ਤੋਂ ਕੋਈ ਸਲਾਹ ਲੈਂਦੀ। ਅੱਜ ਤੱਕ ਸਾਨੂੰ ਕੋਰਟ ਨੇ ਕਹਿਤਾ ਵੀ ਸਰਕਾਰ ਬੁਲਾਵੇ, ਪਰ ਸਰਕਾਰ ਨੇ ਤਾਂ 3 ਮਹੀਨੇ 'ਚ ਕਦੇ ਬੁਲਾਇਆ ਹੀ ਨਹੀਂ। ਪਰ ਮੈਂ ਇਹ ਕਹਿੰਦਾ ਵੀ ਐਜੂਕੇਸ਼ਨਿਸਟ ਕਦੇ ਵੀ ਪੈਸੇ ਪਿੱਛੇ ਰੌਲਾ ਨਹੀਂ ਪਾਉਂਦਾ। ਸਾਡੇ ਸਕੂਲਾਂ ਦੇ ਪੇਰੈਂਟਸ ਨਾਲ ਬੜੇ ਚੰਗੇ ਸੰਬੰਧ ਹੈ। ਮੈਂ ਹੁਣ ਵੀ ਦੇਖਦਾ ਪੇਰੈਂਟਸ ਆਉਂਦੇ ਆ, ਪਰ ਪਿੰਡਾਂ ਦੇ ਵਿੱਚ ਸਕੂਲ ਹੈ, ਪਿੰਡਾਂ 'ਚ ਐਤਕੀ ਫਸਲ ਵੀ ਬੜੀ ਵਧੀਆ ਹੋਈ ਹੈ, ਪਰ ਉੱਥੇ ਵੀ ਕੋਈ ਫੀਸ ਭਰਨ ਨੂੰ ਤਿਆਰ ਨਹੀਂ। ਪਰ ਨਿਰਾ ਦੇਸ਼ ਸਕੂਲਾਂ 'ਤੇ ਨਹੀਂ ਦੇਣਾ ਚਾਹੀਦਾ। ਪਰ ਮੈਂ ਕਹਿੰਦਾ ਜਿੰਨਾ ਕੰਮ ਸਕੂਲ ਵਧੀਆ ਕਰ ਰਹੇ ਨੇ, ਜਿੰਨਾ ਫਾਇਦਾ ਸਰਕਾਰ ਦਾ ਸਕੂਲ ਕਰ ਰਹੇ ਨੇ। ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਜਾਣਨਾ ਚਾਹਾਂਗਾ ਮੈਂ, ਅੱਗੇ ਹੋਰ ਆਪਣਾ ਕਮੈਂਟ ਲਵਾਂ ਆਪਣੇ ਬਾਕੀ ਮਹਿਮਾਨਾਂ ਤੋਂ। ਦੇਖੋ ਤੁਸੀਂ ਇੱਕ ਚੀਜ਼ ਨੂੰ ਤਾਂ ਸਮਝਦੇ ਹੋ ਕਿ ਲੋਕਾਂ ਦਾ ਨੁਕਸਾਨ ਤਾਂ ਬਹੁਤ ਹੋਇਆ, ਔਰ ਮੈਂ ਛੋਟੇ ਵੱਡੇ ਸ਼ਹਿਰਾਂ ਦਾ ਜ਼ਿਕਰ ਕਰਾਂ, ਹਜ਼ਾਰਾਂ ਲੱਖਾਂ ਦੁਕਾਨਾਂ ਨੇ ਪੰਜਾਬ ਦੇ ਵਿੱਚ, ਇਸ ਤੋਂ ਤਾਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਕੋਈ ਰੈਡੀਮੇਡ ਦਾ ਵੱਡਾ ਸ਼ੋਰੂਮ ਚਲਾ ਰਿਹਾ ਸੀ, ਉਹ ਆਪਣੀ ਦੁਕਾਨ ਦਾ 25-30 ਹਜ਼ਾਰ ਕਿਰਾਇਆ ਦੇ ਰਿਹਾ ਸੀ। ਇਸੇ ਤਰ੍ਹਾਂ ਹੋਰ ਵੀ ਵੱਖ-ਵੱਖ ਧੰਦੇ ਨੇ, ਜਿਨ੍ਹਾਂ ਨੇ ਸਬਜ਼ੀਆਂ ਬੀਜੀਆਂ ਹੋਈਆਂ ਸੀ, ਕਿਸਾਨ ਨੇ ਜਿਹੜੇ, ਉਹਨਾਂ ਨੂੰ ਵੀ ਦਿੱਕਤ ਹੋਈ। ਜਿਨ੍ਹਾਂ ਨੇ ਛੋਟੇ-ਛੋਟੇ ਰੋਜ਼ਗਾਰ ਕੀਤੇ ਸੀ, ਕੋਈ ਕਿਸੇ ਦੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਹੈ, 10,000 ਰੁਪਏ ਕਮਾਉਂਦਾ, ਉਹ ਚਾਹੁੰਦਾ ਕਿ ਮੇਰੀ ਬੱਚੀ ਜਾਂ ਮੇਰਾ ਬੱਚਾ ਵਧੀਆ ਸਕੂਲ ਦੇ ਵਿੱਚ ਪੜ੍ਹੇ, ਉਹਨਾਂ ਨੂੰ ਤਾਂ ਬਹੁਤ ਦਿੱਕਤ ਹੋ ਰਹੀ ਹੋਏਗੀ। ਸਰ ਤੁਸੀਂ ਨਹੀਂ ਇਸ ਚੀਜ਼ ਤੋਂ ਸਹਿਮਤ ਹੈਗੇ ਕਿ ਲੋਕਾਂ ਨੂੰ ਬਹੁਤ ਔਖੇ ਦੌਰ ਦੇ ਵਿੱਚੋਂ ਲੰਘਣਾ ਪੈ ਰਿਹਾ? ਦੇਖੋ ਮਜ਼ਦੂਰ ਵੀ ਕਈ ਆਪਣੇ ਬੱਚਿਆਂ ਨੂੰ ਅੱਛੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ, ਉਹ ਪੈਦਲ ਹੀ ਨਿਕਲੇ ਹੋਣਗੇ ਇੰਨੀ ਦੂਰ ਤੱਕ। ਮੈਂ ਤੁਹਾਡੇ ਕੋਲ ਆਉਂਗਾ ਸਰ, ਮੈਂ ਆਉਂਗਾ ਤੁਹਾਡੇ ਕੋਲ ਸਰ। ਮਾਨ ਸਾਹਿਬ। ਓਕੇ, ਥੈਂਕ ਯੂ। ਹਾਂਜੀ ਬਿਲਕੁਲ। ਮੈਂ ਕਹਿੰਦਾ ਵੀ ਅਸੀਂ ਪੇਰੈਂਟਸ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਜੁੜੇ, ਅਸੀਂ ਪਹਿਲਾਂ ਵੀ ਮਦਦ ਕਰਦੇ ਹਾਂ। ਸਾਡੇ ਕੋਲੇ ਬੱਚੇ ਆਉਂਦੇ ਆ, ਪੇਰੈਂਟਸ ਆਉਂਦੇ ਵੀ ਅਸੀਂ ਇੰਨੀ ਫੀਸ ਨਹੀਂ ਦੇ ਸਕਦੇ, ਇੰਨਾ ਦਾਖਲਾ ਨਹੀਂ ਦੇ ਸਕਦੇ, ਤਾਂ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਹੁਣ ਵੀ ਅਸੀਂ ਮਦਦ ਕਰਨ ਨੂੰ ਤਿਆਰ ਹਾਂ। ਪਰ ਅਸੀਂ ਆਪਦਾ ਖੁੱਲ ਕੇ ਕਲੀਅਰ ਸ਼ਬਦਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਨਹੀਂ ਕਿਹਾ ਗਿਆ ਨਾ, ਦਿੱਕਤ ਤਾਂ ਇੱਥੇ ਹੀ ਹੋ ਗਈ। ਹੁਣ ਮੇਰੇ ਕੋਲ ਬਹੁਤ ਸਾਰੇ ਫੋਨ ਆਉਂਦੇ ਨੇ, ਨਿਊਜ਼ 18 ਦੇ ਕੋਲ ਬਹੁਤ ਸਾਰੇ ਫੋਨ ਆਉਂਦੇ ਨੇ ਲੋਕਾਂ ਦੇ ਕਿ ਸਾਡੇ ਕੋਲ ਜੀ ਪ੍ਰਾਈਵੇਟ ਸਕੂਲ ਫੀਸਾਂ ਮੰਗ ਰਹੇ ਨੇ, ਕੀ ਕਰੀਏ?
ਇਹਨਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਨੇ। ਕਈ ਤਾਂ ਸਰਕਾਰ ਨੇ ਜਦੋਂ ਕਿਹਾ ਕਿ ਤੁਹਾਡੇ ਕੋਲ ਵੱਖ-ਵੱਖ ਕੰਪੋਨੈਂਟਸ ਨੇ, ਤੁਸੀਂ ਟਿਊਸ਼ਨ ਫੀਸ ਦੇ ਦਿਵੋ, ਕੁਝ ਲੋਕਾਂ ਦੇ ਫੋਨ ਆਏ ਕਹਿੰਦੇ ਇਹਨਾਂ ਨੇ ਤਾਂ ਪੂਰਾ ਹੀ ਇੱਕੋ ਕੰਪੋਨੈਂਟ ਬਣਾਇਆ ਹੋਇਆ ਸੀ, ਅਲੱਗ-ਅਲੱਗ ਸੀ ਹੀ ਨਹੀਂ। ਸਾਨੂੰ ਕਹਿ ਰਹੇ ਨੇ ਕਿ ਬਿਲਕੁਲ ਜੀ ਤੁਹਾਨੂੰ ਪੂਰੀ ਫੀਸ ਦੇਣੀ ਹੋਏਗੀ। ਮੈਂ ਇੱਕ ਦਿਨ ਦਵਾਈ ਲੈਣ ਗਿਆ ਸੀ ਗੌਰਵ ਜੀ, ਮੇਰੀ ਗੱਲ ਥੋੜੀ ਧਿਆਨ ਨਾਲ ਸੁਣ ਲਿਓ। ਉੱਥੇ ਇੱਕ ਬੰਦਾ ਦਵਾਈ ਲੈਣ ਲੱਗਿਆ, ਸਕੂਲਾਂ ਬਾਰੇ ਬੋਲਣ ਲੱਗਿਆ। ਉਹਨੂੰ ਮੈਂ ਆਖਿਆ ਮੈਂ ਵੀ ਸਕੂਲ ਖੋਲ੍ਹਿਆ ਹੋਇਆ। ਜਦੋਂ ਬਾਹਲੀ ਗੱਲ ਮੈਂ ਨਾ ਕਰਾਂ, ਜਦੋਂ ਮੈਂ ਉਹਦੇ ਨਾਲ ਗੱਲ ਮੁੱਕੀ, ਉਹਨੂੰ ਮੈਂ ਕਿਹਾ ਮੈਂ ਵੀ ਜੱਟ ਹਾਂ, ਮੈਂ ਵੀ ਜ਼ਮੀਨ ਆਪਣਾ ਫਸਲਵਾੜੀ ਕਰਦਾ। ਪਰ ਮੁੜ ਕੇ ਉਹ ਬਾਅਦ 'ਚ ਕਹਿੰਦਾ ਜੀ ਮੇਰੇ ਤਾਂ ਇੱਕ ਬੱਚਾ ਸੀ, ਉਹਦੀ ਡੈਥ ਹੋ ਗਈ +2 ਤੋਂ ਬਾਅਦ, ਤੇ ਮੇਰਾ ਤਾਂ ਕੋਈ ਬੱਚੇ ਨਹੀਂ ਪੜ੍ਹਦਾ ਸਕੂਲ 'ਚ। ਜਿੰਨਾ ਪੇਰੈਂਟਸ ਦੇ ਬੱਚੇ ਨਹੀਂ ਪੜ੍ਹਦੇ, ਜ਼ਿਆਦਾ ਰੌਲਾ ਉਹੀ ਪਾ ਰਹੇ ਆ। ਮੈਂ ਫੇਰ ਤੁਹਾਨੂੰ ਵਾਰ-ਵਾਰ ਕਹਿੰਦਾ, ਸਾਡਾ ਸਕੂਲਾਂ ਦਾ ਪੇਰੈਂਟਸ ਨਾਲ 1% ਵੀ ਨਹੀਂ ਰੌਲਾ ਹੈ, ਕਿਉਂਕਿ ਪੇਰੈਂਟਸ ਦੀ ਸਾਡੇ ਨਾਲ ਧਰਨੇ ਪ੍ਰਦਰਸ਼ਨ ਹੁੰਦੇ ਨੇ। ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਅਸੀਂ ਦਿਖਾਉਂਦੇ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਹੋ ਸਕਦਾ ਸਰ ਤੁਹਾਡੇ ਸਕੂਲ ਦੇ ਨਾਲ ਕੋਈ ਦਿੱਕਤ ਨਾ ਹੋਵੇ ਜਿਹਦੇ ਨਾਲ ਤੁਸੀਂ ਡਾਇਰੈਕਟ ਜੁੜੇ ਹੋਏ ਹੋ, ਪਰ ਹੋਰ ਸਕੂਲਾਂ ਦੇ ਨਾਲ ਦਿੱਕਤ ਹੈ। ਜਗਜੀਤ ਜੀ ਕੁਝ ਕਹਿ ਰਹੇ ਨੇ। ਮੈਂ ਜਸਪ੍ਰੀਤ ਜੀ ਤੁਹਾਡੇ ਕੋਲ ਆਉਂਗਾ। ਜਗਜੀਤ ਜੀ ਕੁਝ ਕਹਿ ਰਹੇ ਨੇ। ਮੈਂ ਮਾਨ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਜਗਜੀਤ ਜੀ ਕੁਝ ਕਹਿ ਰਹੇ ਨੇ। ਸਰ ਮੈਂ ਇਹ ਕਹਿਣਾ ਚਾਹਣਾ, ਜਿਹੜੇ ਅੱਜ ਪੇਰੈਂਟਸ ਦੀ ਨੁਮਾਇੰਦਗੀ ਕਰ ਰਹੇ ਨੇ, ਜੇ ਇਹੋ ਜਿਹੇ ਸੱਜਣ ਤੇ ਡਾਕਟਰ ਸਾਹਿਬ ਵਰਗੇ ਸੱਜਣ ਹੋਵੇ, ਪ੍ਰੋਬਲਮ ਹੀ ਨਹੀਂ ਹੈਗੀ। ਇਹ ਜਿਹੜੀ ਮਾਨ ਸਾਹਿਬ ਗੱਲ ਕਹਿ ਰਹੇ ਨੇ ਬਿਲਕੁਲ ਸੱਚ ਹੈ। ਜਿਹੜੇ ਕੱਲ ਉੱਥੇ ਪੇਰੈਂਟਸ ਆਏ ਸੀ, ਉਹਨਾਂ ਵਿੱਚ ਇਕੱਠੇ ਹੋਏ ਜਗਜੀਤ ਜੀ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਕੁਝ ਟੈਕਨੀਕਲ ਇਸ਼ੂ ਹੈ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਜਸਪ੍ਰੀਤ ਜੀ ਕੁਝ ਕਹਿ ਰਹੇ ਨੇ, ਲੁਧਿਆਣਾ ਦਾ ਰੁਖ ਕਰਦੇ ਆ। ਜਸਪ੍ਰੀਤ ਜੀ ਤੁਹਾਡਾ ਕਮੈਂਟ ਚਾਹੂੰਗਾ। ਉਹ ਕਹਿ ਰਹੇ ਨੇ ਸਕੂਲ ਦੇ ਪੇਰੈਂਟਸ ਦੇ ਬਹੁਤ ਵਧੀਆ ਰਿਲੇਸ਼ਨ ਨੇ, ਕਿਉਂ ਤੁਸੀਂ ਇਸ ਤਰੀਕੇ ਨਾਲ ਇਸ਼ੂ ਕ੍ਰੀਏਟ ਕਰ ਰਹੇ ਹੋ ਕਿ ਜਿਨ੍ਹਾਂ ਦੇ ਬੱਚੇ ਪੜ੍ਹ ਨਹੀਂ ਰਹੇ ਸਕੂਲਾਂ ਦੇ ਵਿੱਚ ਉਹ ਰੌਲਾ ਪਾਉਂਦੇ ਨੇ? ਮਾਨ ਸਾਹਿਬ ਦੀ ਇੱਕ ਗੱਲ ਦਾ ਜਵਾਬ ਮੈਂ ਸਪਸ਼ਟ ਦੇਣਾ ਚਾਹੁੰਦਾ। ਇਹਨਾਂ ਨੇ 3 ਵਾਰੀ ਆਪਦੀ ਡਿਬੇਟ 'ਚ ਕਿਹਾ ਕਿ ਜਿਹੜੇ ਪੇਰੈਂਟਸ ਨੇ ਜੀ ਉਹਨਾਂ ਨੂੰ ਫੀਸਾਂ ਤੋਂ ਪ੍ਰੋਬਲਮ ਨਹੀਂ ਹੈ, ਇਹ ਤਾਂ ਜਥੇਬੰਦੀਆਂ ਤੇ ਦੂਜੀਆਂ ਐਸੋਸੀਏਸ਼ਨਸ ਵਾਲੇ ਰੌਲਾ ਪਾ ਰਹੇ ਨੇ। ਮਾਨ ਸਾਹਿਬ ਆਪਣੇ ਦਫ਼ਤਰ 'ਚੋਂ ਨਿਕਲ ਕੇ ਬਾਹਰ ਪੇਰੈਂਟਸ ਆ ਜਾ ਕੇ ਹਾਲ ਪੁੱਛੋ। ਐਕਚੁਅਲੀ ਜਿਨ੍ਹਾਂ ਲੋਕਾਂ ਦੀ ਲੋਕਡਾਊਨ ਕਰਕੇ ਇਨਕਮ ਬੰਦ ਹੋਈ ਹੈ, ਹਾਊ ਦੇ ਆਰ ਸੈਕਰੀਫਾਈਸ ਵਿਦ देयर ਇਨਕਮ। ਮਾਨ ਸਾਹਿਬ ਕਹਿ ਰਹੇ ਨੇ ਵੈਜੀਟੇਬਲਸ ਜਾ ਕੇ ਜ਼ਿਮੀਂਦਾਰਾਂ ਦਾ ਵੀ ਪੁੱਛ ਲਓ, ਉਹਨਾਂ ਨੇ ਆਪਦੀਆਂ ਵੈਜੀਟੇਬਲਸ ਦਾ ਕੀ ਕੀਤਾ। ਸੋ ਮਾਨ ਸਾਹਿਬ ਮੇਰੇ ਵੱਡੇ ਬਜ਼ੁਰਗ ਨੇ, ਵੱਡੇ ਭਰਾ ਨੇ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਪਰ ਜੇ ਉਹ ਅੱਜ ਇਹ ਕਹਿਣਗੇ ਬਾਰ-ਬਾਰ ਕਿ ਜੀ ਪੇਰੈਂਟਸ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਪੇਰੈਂਟਸ ਐਸੋਸੀਏਸ਼ਨਸ ਨੂੰ ਪ੍ਰੋਬਲਮ ਹੈ, ਤੁਸੀਂ ਯੂ ਪਲੀਜ਼ ਕਮ ਆਊਟ ਫਰਮ ਯਰ ਆਫਿਸ ਐਂਡ ਤੁਸੀਂ ਦੇਖੋ ਆ ਕੇ ਪੇਰੈਂਟਸ ਰੋ ਕਿਵੇਂ ਰਹੇ ਨੇ। ਪੇਰੈਂਟਸ ਦੀ ਆਮਦਨ ਜ਼ੀਰੋ ਹੈ। ਲੁਧਿਆਣੇ ਦੀ ਜੇ ਮੈਂ ਗੱਲ ਕਰਾਂ ਤਾਂ ਲੁਧਿਆਣੇ ਦੇ ਵਿੱਚ 10 ਵਾਰੀ ਨਹੀਂ 20 ਵਾਰੀ ਪ੍ਰੋਟੈਸਟ ਹੋਇਆ ਡੀਸੀ ਦਫ਼ਤਰ ਦੇ ਬਾਹਰ ਜਾਂ ਚੌਂਕਾਂ ਤੇ। ਉਹ ਪੇਰੈਂਟਸ ਨੇ ਕੀਤਾ ਜੀ, ਉਹ ਕਿਹਨਾਂ ਨੇ ਕੀਤਾ? ਜਸਪ੍ਰੀਤ ਜੀ ਪਹਿਲਾਂ ਉਹੀ ਤਾਂ ਕਹਿ ਰਹੇ ਨੇ, ਉਹ ਕਹਿ ਰਹੇ ਨੇ ਸਰਕਾਰ ਨੇ ਸਾਨੂੰ ਨਹੀਂ ਸੱਦਿਆ। ਨਹੀਂ ਪੇਰੈਂਟਸ ਐਸੋਸੀਏਸ਼ਨ ਕੀ ਕਰ ਰਹੀਆਂ ਸੀ ਉਸ ਸਮੇਂ? ਪੇਰੈਂਟਸ ਐਸੋਸੀਏਸ਼ਨ ਆ ਕੇ ਗੱਲ ਕਰਦੀ ਆ ਨਾ, ਸਰਕਾਰ ਤੇ ਉਹਦੇ ਵਿਚਾਲੇ ਪੇਰੈਂਟਸ ਐਸੋਸੀਏਸ਼ਨ ਦੀ ਜ਼ਿੰਮੇਵਾਰੀ ਸੀ ਕਿ ਸਕੂਲ ਪ੍ਰਬੰਧਕਾਂ ਤੇ ਦੂਜੇ ਪਾਸੇ ਸਰਕਾਰ ਦੇ ਇਕੱਠੇ ਕਰਕੇ ਜਿਹੜੇ ਹੁਣ ਪਲੇਟਫਾਰਮ ਬਣਿਆ ਉਹ ਪਹਿਲਾਂ ਬਣ ਜਾਂਦਾ, ਗੱਲ ਹੁੰਦੀ ਨਾ ਉੱਥੇ। ਗੌਰਵ ਜੀ ਆਵਾਜ਼ ਆ ਰਹੀ ਹੈ ਮੇਰੀ? ਮਾਨ ਸਾਹਿਬ ਦੀ ਇਸ ਗੱਲ ਦੀ, ਇਸ ਤਰਕ ਦੀ ਮੈਂ ਇੱਜ਼ਤ ਕਰਦਾ। ਪੇਰੈਂਟਸ ਨਾਲ ਜ਼ਰੂਰ ਚਾਹੀਦੀ ਸੀ, ਪਰ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵੀਕ ਪੁਆਇੰਟ ਹੈ। ਜੇ ਸਕੂਲਸ ਇੱਕ ਬਿਜ਼ਨੈਸਿਸ ਨੇ ਜਾਂ ਪੇਰੈਂਟਸ ਨਹੀਂ ਪੈਸੇ ਦੇ ਪਾ ਰਹੇ ਤਾਂ ਗਵਰਨਮੈਂਟ ਨੂੰ ਚਾਹੀਦਾ। ਔਰ ਬਿਜਲੀ ਦੇ ਬਿੱਲਾਂ ਵਾਲੀ ਗੱਲ ਵੀ ਬਿਲਕੁਲ ਠੀਕ ਸੀ ਕਿ ਬਿਜਲੀ ਦੇ ਬਿੱਲ, ਇਸ ਡਿਬੇਟ ਤੋਂ ਇਲਾਵਾ ਕਈ ਸਕੂਲਾਂ ਵਾਲੇ ਪਤਾ ਕੀ ਕਹਿ ਰਹੇ ਨੇ ਬੱਚਿਆਂ ਨੂੰ ਕਿ ਬਿਜਲੀ ਦੇ ਤੁਹਾਡੇ ਪੇਰੈਂਟਸ ਬਿੱਲ ਪੇ ਕਰ ਰਹੇ ਨੇ। ਔਰ ਆਨਲਾਈਨ ਐਜੂਕੇਸ਼ਨ, ਇਹੋ ਜਿਹੇ ਮੁੱਦਿਆਂ ਤੇ ਪੰਜਾਬ ਗਵਰਨਮੈਂਟ ਨੂੰ ਇੰਟਰਫੇਅਰ ਕਰਕੇ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ। ਪਹਿਲਾਂ ਤਾਂ ਉਹਨਾਂ ਨੇ ਕਹਿਤਾ 28 ਮਾਰਚ ਤੇ 23 ਮਾਰਚ ਨੂੰ ਇਹ ਆਰਡਰ ਜਾਰੀ ਕੀਤਾ। ਐਸੋਸੀਏਸ਼ਨ ਕਿੱਥੇ ਹੈ? ਮੈਂ ਤਾਂ ਉਹੀ ਪੁੱਛ ਰਿਹਾ ਨਾ, ਪੇਰੈਂਟਸ ਐਸੋਸੀਏਸ਼ਨ ਕਿੱਥੇ ਹੈ? ਇਹ ਤਾਂ ਪਹਿਲਾਂ ਘੱਟੋ ਘੱਟ ਤੁਹਾਨੂੰ 2-3 ਮਹੀਨੇ ਪਹਿਲਾਂ ਇਸ ਚੀਜ਼ ਨੂੰ ਸਮਝੇ ਨਹੀਂ ਸਮਝੇ, ਲੇਟ ਦੇ ਨਾਲ ਸਮਝੇ। ਮੈਂ ਤੁਹਾਡੇ ਕੋਲ ਵਾਪਸ ਆਉਂਗਾ ਜਸਪ੍ਰੀਤ ਜੀ। ਜਗਜੀਤ ਜੀ ਕੁਝ ਕਹਿ ਰਹੇ ਨੇ। ਜਗਜੀਤ ਜੀ ਬਹੁਤ ਸਿੱਧਾ ਪੁਆਇੰਟ ਹੈ, ਮੈਂ ਉਸ ਤੋਂ ਬਾਅਦ ਡਾਕਟਰ ਸਾਹਿਬ ਤੋਂ ਇੱਕ ਕਮੈਂਟ ਲਵਾਂਗਾ। ਮੈਨੂੰ 2 ਮਿੰਟ ਦਿੱਤੇ ਜਾਣ। ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਜਗਜੀਤ ਜੀ। 2 ਮਿੰਟ ਹਾਂਜੀ ਜਗਜੀਤ ਜੀ। ਸਰ ਜਿਹੜੀ ਆਪਣੇ ਵੀਰ ਜੀ ਕਹਿ ਰਹੇ ਨੇ ਪੇਰੈਂਟਸ ਵੱਲੋਂ, ਇਹ ਬਿਲਕੁਲ ਵਾਜਬ ਗੱਲ ਹੈਗੀ ਆ। ਮੇਰੀ ਇੱਕੋ ਬੰਦ ਕਰਾ ਦਿਓ, ਮੈਂ ਆਪਦੀ ਗੱਲ ਨਹੀਂ ਰੱਖ ਪਾ ਰਿਹਾ। ਤੇ ਦੂਸਰਾ ਮੈਂ ਨਾਲ ਆਪਦੀ ਗੱਲ ਜਾਰੀ ਰੱਖਦਾ। ਟੈਕਨੀਕਲ ਇਸ਼ੂ ਹੈ ਵੀ ਜਿਹੜੀ ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਆਪਣੀ ਗੱਲ ਜੀ। ਸਰ ਜਿਹੜੀ ਪੇਰੈਂਟਸ ਗੱਲ ਕਹਿ ਰਹੇ ਨੇ ਇਹ ਵੀ ਬਿਲਕੁਲ ਵਾਜਬ ਹੈਗੀ ਆ, ਪਰ ਇੱਕ ਗੱਲ ਦਾ ਇੱਥੇ ਫਰਕ ਨਿਕਲ ਰਿਹਾ ਥੋੜਾ ਜਿਹਾ ਵੀ ਪੇਰੈਂਟਸ ਸਾਡੇ ਨਾਲ ਲੱਗਣ। ਦੇਖੋ ਜਦੋਂ ਕੋਈ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ, ਮੁਆਵਜ਼ਾ ਸਰਕਾਰ ਦਿੰਦੀ ਹੈ, ਉਹਨੂੰ ਸੁਰੱਖਿਆ ਦਿੰਦੀ ਹੈ। ਅੱਜ ਪੇਰੈਂਟਸ ਦੇ ਬਿਜ਼ਨਸ ਬੰਦ ਹੋ ਗਏ ਤੇ ਸਰਕਾਰ ਨੇ ਇਸ ਦੇ ਵਿੱਚ ਕੀ ਰੋਲ ਅਦਾ ਕੀਤਾ? ਜੇਕਰ ਸਾਡੇ ਰੋਡ ਟੈਕਸ ਤੇ ਬਿਜਲੀ ਦੇ ਬਿੱਲ ਵੀ ਮਾਫ ਕੀਤੇ ਹੁੰਦੇ, ਸਾਡੇ ਟਰਾਂਸਪੋਰਟੇਸ਼ਨ ਦਾ ਕੁਛ ਤਾਂ ਖਰਚਾ ਘਟਦਾ। ਸੋ ਇਸੇ ਤਰ੍ਹਾਂ ਜੇ ਸਰਕਾਰ ਨੇ ਸਾਡੀ ਹੋਰ ਵੀ ਕੋਈ ਸਹਾਇਤਾ ਕੀਤੀ ਹੁੰਦੀ, ਕੁਝ ਸਹਾਇਤਾ ਸਰਕਾਰ ਕਰਦੀ, ਕੁਝ ਅਸੀਂ ਕਰਦੇ, ਕੁਝ ਪੇਰੈਂਟਸ ਥੋੜਾ ਕੱਟ ਲਾਉਂਦੇ,
ਤਿੰਨਾਂ ਨੂੰ ਮਿਲ ਕੇ ਇਹ ਸਥਿਤੀ ਜਿਹੜੀ ਕਾਬੂ ਕਰਨੀ ਪਊਗੀ। ਮੈਂ ਇਹਦਾ ਇੱਕ ਤੁਹਾਨੂੰ ਪੱਕਾ ਹੱਲ ਦੱਸ ਦਿਆਂ। ਸਾਡੇ ਨਾਲ ਬਹੁਤ ਸੂਝਵਾਨ ਬੈਠੇ ਨੇ ਡਾਕਟਰ ਸਾਹਿਬ। ਆਪਣੇ ਇੱਕ RTE ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ 8 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜਿਹੜਾ ਬੱਚਾ ਸਰਕਾਰੀ ਸਕੂਲ 'ਚ ਪੜ੍ਹ ਰਿਹਾ ਉਸ ਤੇ 3500 ਰੁਪਈਆ ਸਰਕਾਰ ਦਾ ਸਿੱਧੇ ਤੌਰ ਤੇ ਖਰਚ ਆ ਰਿਹਾ। ਇਹ ਪੇਰੈਂਟਸ ਨੂੰ ਚਾਹੀਦਾ ਪੱਕੇ ਤੌਰ ਤੇ ਫਰੀडम ਆਫ ਐਜੂਕੇਸ਼ਨ ਮੰਗਣ ਵੀ ਅਸੀਂ ਆਪਣੇ ਬੱਚੇ ਨੂੰ ਜਿੱਥੇ ਮਰਜ਼ੀ ਪੜ੍ਹਾਈਏ, ਸਾਨੂੰ 3500 ਰੁਪਈਆ ਦਿਓ। ਸਰਕਾਰੀ 'ਚ ਪੜ੍ਹਾ ਰਹੇ ਨੇ ਤਾਂ ਅਸੀਂ ਪੈਸੇ ਨਹੀਂ ਲਵਾਂਗੇ, ਪ੍ਰਾਈਵੇਟ 'ਚ ਪੜ੍ਹਾ ਰਹੇ ਨੇ ਅਸੀਂ ਤਾਂ 2000 ਦੇ ਵਿੱਚ ਬੜੀ ਟੌਪ ਦੀ ਐਜੂਕੇਸ਼ਨ ਦੇਵਾਂਗੇ, ਵਧੀਆ ਇਨਫਰਾਸਟ੍ਰਕਚਰ ਦੇਵਾਂਗੇ, ਫਿਰ ਵੀ 1500 ਰੁਪਏ ਬਚਦੇ ਨੇ। ਸਰਕਾਰੀ ਤਾਂ ਫਿਰ ਬੰਦ ਹੀ ਹੋ ਜਾਣਗੇ ਸਕੂਲ ਸਰ। ਸਰਕਾਰ ਵੀ ਤਾਂ ਆਪਣੀ ਜ਼ਿੰਮੇਵਾਰੀ, ਸਰਕਾਰੀ ਸਰ ਬੰਦ ਹੀ ਹੋ ਜਾਣਗੇ ਸਕੂਲ। ਪੇਰੈਂਟਸ ਦੀ ਗੱਲ ਸਹੀ ਹੈ, ਸਰਕਾਰ ਵੀ ਆਪਦਾ ਕੋਈ ਰੋਲ ਅਦਾ ਕਰੇ। ਅਸੀਂ ਕੀ ਮੰਗ ਰਹੇ ਹਾਂ? ਮੈਂ ਬਿਲਕੁਲ ਦੇਖੋ ਜਿਹੜੇ ਪੇਰੈਂਟਸ, ਜਿਸ ਕਿਸਮ ਦੇ ਪੇਰੈਂਟਸ ਅੱਜ ਡਿਬੇਟ ਦੇ ਵਿੱਚ ਬੈਠੇ ਨੇ, ਮੈਂ ਕਹਿ ਰਿਹਾ ਇਹ ਵੀ ਗੱਲ ਸਹੀ ਨੇ, ਪੇਰੈਂਟਸ 'ਚ ਰੋਸ ਹੈਗਾ, ਪਰੰਤੂ ਜਿਹੜੇ ਨੁਮਾਇੰਦਗੀ ਕਰ ਰਹੇ ਨੇ ਲੋਕ ਉਹ ਇਸ ਤਰ੍ਹਾਂ ਦੇ ਸਾਫ਼ ਸੁਥਰੇ ਲੋਕ ਨਹੀਂ ਹੈਗੇ। ਕੁਝ ਹੈਗੇ ਨੇ, ਮੈਂ ਕੋਈ ਐਲੀਗੇਸ਼ਨ ਨਹੀਂ ਲਾ ਰਿਹਾ ਇਸ ਚੈਨਲ ਤੋਂ, ਪਰੰਤੂ ਇਸ ਮੌਕੇ ਦਾ ਫਾਇਦਾ ਉਠਾ ਕੇ ਕੁਛ ਨਾ ਕੁਛ ਪੋਲੀਟੀਕਲ ਪਾਰਟੀਆਂ ਵੀ ਇਹਦੇ 'ਚ ਇਨਵੋਲਵ ਹੋ ਰਹੀਆਂ ਨੇ, ਕੁਝ ਹੋਰ ਇੰਟਰਸਟ ਲੈ ਕੇ ਵੀ ਲੋਕ ਇਨਵੋਲਵ ਹੋ ਰਹੇ ਨੇ। ਮੇਰੀ ਪੇਰੈਂਟਸ ਨੂੰ ਜਗਜੀਤ ਜੀ ਮੈਂ ਥੋੜਾ ਜਿਹਾ ਰੋਕ ਰਿਹਾ ਤੁਹਾਨੂੰ। ਦੇਖੋ ਜਿਹੜੀ ਮੈਂ ਬਾਰ-ਬਾਰ ਗੱਲ ਕਹਿ ਰਿਹਾ ਕਿ ਇਹ ਪੇਰੈਂਟਸ ਐਸੋਸੀਏਸ਼ਨ ਦੇ ਸਾਨੂੰ ਮੈਸੇਜ ਨਹੀਂ ਆਉਂਦੇ, ਸਾਨੂੰ ਪੇਰੈਂਟਸ ਐਸੋਸੀਏਸ਼ਨ ਦੇ ਵੱਲੋਂ ਫੋਨ ਕਾਲਸ ਨਹੀਂ ਆਉਂਦੀਆਂ, ਬਿਲਕੁਲ ਰੈਂਡਮਲੀ, ਕੋਈ ਬਿਲਕੁਲ ਜਾਣਦਾ ਨਹੀਂ ਉਹ ਨੰਬਰ ਅਰੇਂਜ ਕਰਕੇ ਫੋਨ ਕਰ ਦਿੰਦਾ ਕਿ ਤੁਸੀਂ ਸਾਡਾ ਮੁੱਦਾ ਚੁੱਕੋ ਜੀ, ਸਾਡੇ ਬੱਚੇ ਨੂੰ ਅਸੀਂ ਫੀਸ ਕਿੱਥੋਂ ਦੇਈਏ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਬਹੁਤ ਲੋਕ ਕਈ ਪਰੇਸ਼ਾਨ ਇਸ ਸਮੇਂ, ਇਸ ਚੀਜ਼ ਨੂੰ ਤੁਸੀਂ ਵੀ ਸਮਝ ਰਹੇ ਹੋਵੋਗੇ, ਜਿਨ੍ਹਾਂ ਦੀ ਦੁਕਾਨ ਪਿਛਲੇ 3 ਮਹੀਨੇ ਤੋਂ ਬੰਦ ਆ, ਉਹ ਕੀ ਕਰਨ? ਇਹ ਲੋਕ ਹੀ ਆਉਣ, ਇਹ ਸਹੀ ਲੋਕ ਸਾਡੇ ਨਾਲ ਆਉਣ। ਮੈਂ ਜਵਾਬ ਦੇਣਾ ਚਾਹੁੰਦਾ ਜੀ, ਸਾਡੇ ਨਾਲ ਨਹੀਂ ਚਲੋ ਮੈਂ ਠੀਕ ਹੈ, ਮੈਂ ਜਸਪ੍ਰੀਤ ਜੀ ਤੁਹਾਡੇ ਕੋਲ ਮੈਂ 1 ਸੈਕਿੰਡ ਆ ਰਿਹਾ, ਮੈਂ ਇੱਕ ਡਾਕਟਰ ਸਾਹਿਬ ਤੋਂ ਰਿਐਕਸ਼ਨ ਲੈ ਲਵਾਂ। 1 ਸੈਕਿੰਡ ਮੈਂ ਆ ਰਿਹਾ ਸਰ ਤੁਹਾਡੇ ਕੋਲ, ਮੈਂ ਇੱਕ ਡਾਕਟਰ ਸਾਹਿਬ ਤੋਂ ਰਿਐਕਸ਼ਨ ਲੈਣਾ। ਡਾਕਟਰ ਸਾਹਿਬ ਦੇਖੋ ਬਹੁਤ ਸਿਚੁਏਸ਼ਨ ਇਸ ਸਮੇਂ ਅਲੱਗ ਤਰੀਕੇ ਦੀ ਹੈ। ਇਹ ਪੂਰੇ ਜਿਹੜੇ ਨੁਮਾਇੰਦੇ ਇੱਥੇ ਬੈਠੇ ਹੋਏ ਨੇ ਉਹ ਆਪੋ ਆਪਣੇ ਤਰੀਕੇ ਨਾਲ ਤਰਕ ਦੇ ਰਹੇ ਨੇ, ਪਰ ਜਿਹੜੇ ਆਮ ਲੋਕ ਨੇ ਨਾ ਜਿਨ੍ਹਾਂ ਨੂੰ ਬਹੁਤ ਦਿੱਕਤ ਹੈ ਉਹ ਇਹੀ ਸਵਾਲ ਕਰ ਰਹੇ ਨੇ ਕਿ ਅਸੀਂ ਕਰੀਏ ਕੀ। ਮੇਰੇ ਕੋਲ ਇੱਕ ਮੈਸੇਜ ਆਇਆ ਰੁਪਿੰਦਰ ਕੌਣੀ ਕਰਕੇ, ਸਾਡੇ ਇੱਕ ਦਰਸ਼ਕ ਨੇ, ਉਹ ਕਹਿ ਰਹੇ ਨੇ ਕਿ ਮੈਂ ਅਸਿਸਟੈਂਟ ਪ੍ਰੋਫੈਸਰ ਹਾਂ, ਹਾਲਾਂਕਿ ਉਹ ਕਾਲਜ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ, ਤੇ ਉਹ ਕਹਿੰਦੇ ਮੈਨੂੰ ਜਨਵਰੀ 'ਚ ਸੈਲਰੀ ਮਿਲੀ ਸੀ, ਉਸ ਤੋਂ ਬਾਅਦ ਮੈਨੂੰ ਸੈਲਰੀ ਨਹੀਂ ਮਿਲੀ, ਪਿਛਲੇ 3 ਤੋਂ 4 ਮਹੀਨੇ ਹੋ ਗਏ ਸੈਲਰੀ ਨਹੀਂ ਮਿਲੀ। ਸਮਝਣਾ ਤਾਂ ਅਸੀਂ ਇਹ ਵੀ ਚਾਹੁੰਦੇ ਹਾਂ ਨਾ ਕਿ ਵਾਕਈ ਮਾਰਚ ਦੇ ਵਿੱਚ ਹੀ ਸਭ ਕੁਝ ਹੋ ਗਿਆ, ਜਿਸ ਦਿਨ ਲਾਕਡਾਊਨ ਹੋਇਆ ਉਸ ਤੋਂ ਬਾਅਦ ਕੋਈ ਜ਼ਰੂਰਤ ਹੀ ਨਹੀਂ ਸੀ ਸੈਲਰੀ ਦੇਣ ਦੀ, ਅਪ੍ਰੈਲ ਦੀ ਸੈਲਰੀ ਦੇ ਵੀ ਪੈਸੇ ਨਹੀਂ ਬਚੇ ਸੀ ਇਹਨਾਂ ਪ੍ਰਾਈਵੇਟ ਕਾਲਜਿਸ ਦੇ ਕੋਲ ਜਾਂ ਫਿਰ ਸਕੂਲਾਂ ਦੇ ਕੋਲ, ਕਿ ਵਾਕਈ ਅਜਿਹੀ ਸਿਚੁਏਸ਼ਨ ਹੋ ਗਈ ਜਾਂ 2-3 ਮਹੀਨੇ ਆਪਣੇ ਜਿਹੜੇ EMPLOYEES ਨੇ ਉਹਨਾਂ ਨੂੰ ਸੈਲਰੀ ਤਾਂ ਚਲੇ ਜਾਂਦੀ ਨਾ। ਜਿਹੜੇ ਲੋਕ ਇੰਨੇ ਪਰੇਸ਼ਾਨ ਨੇ, ਠੀਕ ਹੈ ਉਹਨਾਂ ਕੋਲ ਵੀ ਬੈਂਕ ਹੋਏਗਾ, ਜੇਕਰ ਪੇਰੈਂਟਸ ਦੇ ਕੋਲ ਅਸੀਂ ਸੋਚ ਰਹੇ ਹਾਂ ਕਿ ਉਹਨਾਂ ਦੇ ਕੋਲ ਇੱਕ ਬੈਂਕ ਦੇ ਵਿੱਚ ਮਨੀ ਰੱਖੀ ਹੋਈ ਹੈ। ਡਾਕਟਰ ਸਾਹਿਬ ਮੈਂ 2-3 ਛੋਟੀਆਂ ਗੱਲਾਂ ਕਹਾਂਗਾ। ਪਹਿਲੀ ਗੱਲ, ਸਾਰਿਆਂ ਨੇ ਇੱਕ ਤਰਕ ਦਿੱਤੇ ਨੇ, ਇਹ ਕਹਿਣਾ ਕਿ ਸਰਕਾਰ ਕੰਪਨਸੇਟ ਕਰੇ, ਇਸ ਤੋਂ ਜ਼ਿਆਦਤੀ ਗਰੀਬ ਆਦਮੀ ਨਾਲ ਕੋਈ ਨਹੀਂ ਹੋਏਗੀ। ਸਰਕਾਰ ਕੋਲ ਪਹਿਲਾਂ ਹੀ ਆਮਦਨ ਨਹੀਂ, ਇੱਕ ਮਜ਼ਦੂਰ ਨੂੰ ਉਹ ਆਪਦੇ ਘਰ ਨਹੀਂ ਪਹੁੰਚਾ ਸਕਦੀ, ਇੱਕ ਕਿਸਾਨ ਸੁਈਸਾਈਡ ਕਰ ਰਿਹਾ ਹੈ। ਸੋ ਇਹ ਕਹਿਣਾ ਕਿ ਸਕੂਲਾਂ ਦੇ ਬਿੱਲ ਮਾਫ ਕਰ ਦਿਓ ਜੀ, ਸਰਪਲਸ ਉਹ ਇਸੇ ਵਾਸਤੇ ਹੈ ਕਿ ਇਸੇ ਕੰਮ 'ਚੋਂ ਵਰਤਣ। ਦੂਜੀ ਗੱਲ, ਇੱਕ ਪਾਸੇ ਪੇਰੈਂਟਸ ਗੱਲ ਕਰ ਰਹੇ ਨੇ, ਇੱਕ ਪਾਸੇ ਮੈਨੇਜਮੈਂਟਾਂ ਕਰ ਰਹੀਆਂ ਨੇ। 2 ਲੱਖ EMPLOYEE ਹੈ ਇਹਨਾਂ ਸਕੂਲਾਂ ਦੇ ਵਿੱਚ, ਟੀਚਰ, ਲੈਬੋਰਟਰੀ ਟੈਕਨੀਸ਼ੀਅਨ, ਮਾਲੀ, ਚੌਕੀਦਾਰ, ਬੱਸਾਂ ਵਾਲੇ, ਕਈ ਤਰ੍ਹਾਂ ਦੇ। ਉਹਨਾਂ ਨੂੰ ਤਨਖਾਹ ਜਿਹੜੀ ਹੈ, ਅੱਜ ਹੁਣ ਇਹਨਾਂ ਜਗਜੀਤ ਸਿੰਘ ਜੀ ਨੇ ਗੱਲ ਕਰੀ ਹੈ 25000 ਦੀ ਗੱਲ, 25 ਛੱਡੋ 35-40 ਵੀ ਖਰਚਦੀ ਹੋਵੇ ਸਰਕਾਰ ਪਰ ਬੱਚੇ ਦਾ, ਇੱਕ ਟੀਚਰ ਨੂੰ 1.25 ਲੱਖ ਸੈਲਰੀ ਦੇ ਰਹੀ ਹੈ, ਉਹ ਪੈਨਸ਼ਨ ਦੇਣੀ ਹੈ। ਇਹਨਾਂ ਦੇ ਸਾਡੇ ਕੋਲ ਰਿਕਾਰਡ ਪਏ ਨੇ, ਜਦ ਮਰਜ਼ੀ ਕਢਾ ਲਓ, ਹਾਈ ਕੋਰਟ 'ਚ ਰਿਕਾਰਡ ਨੇ। ਇਹ 5 ਤੋਂ 10,000 ਰੁਪਇਆ ਦਿੰਦੇ ਨੇ ਤੇ 10 ਤੋਂ 20,000 ਤੇ ਦਸਤਖਤ ਕਰਾਉਂਦੇ ਨੇ, ਔਰ ਪੈਸਾ ਬੈਂਕ ਰਾਹੀਂ ਟ੍ਰਾਂਸਫਰ ਕਰਾ ਕੇ ਸਾਡੇ ਸਾਹਮਣੇ ਸਬੂਤ ਆਏ ਨੇ ਕਿ ਨਾਲ ਦੀ ਨਾਲ ਬੀਰਰ ਚੱਕ ਦੇ ਕੇ ਆਪਦੇ EMPLOYEE ਰਾਹੀਂ ਘਟਾ ਕੇ ਅੱਧੇ ਉਹਨੂੰ ਦੇ ਤੇ ਅੱਧੇ ਆਪ ਰੱਖ ਲਏ। ਇਹ ਜਿਹੜੀਆਂ ਐਸੋਸੀਏਸ਼ਨਾਂ ਨੇ ਸਕੂਲਾਂ ਦੀਆਂ, ਇਹ ਤਕੜੇ ਬੜੇ ਨੇ, ਇਹ ਪੋਲੀਟੀਸ਼ੀਅਨ ਇਹਨਾਂ ਨੂੰ ਚਲਾ ਰਹੇ ਨੇ, ਬਹੁਤ ਸਾਰੇ ਬਿਊਰੋਕਰੇਟ ਚਲਾ ਰਹੇ ਨੇ, ਸਭ ਦੇ ਵੈਸਟਡ ਇੰਟਰਸਟ ਨੇ। ਪਹਿਲੀ ਗੱਲ ਇਹ ਹੈ, ਇਹ ਕਹਿਣਾ ਕਿ ਜੀ ਇਹ ਸਕੂਲ ਮਰ ਗਏ, ਇਹਨਾਂ ਕੋਲ ਪੈਸਾ ਨਹੀਂ, ਇਹਨਾਂ ਨੂੰ EMPLOYEE ਨੂੰ ਪਹਿਲੀ ਗੱਲ ਪੂਰੀ ਤਨਖਾਹ ਦੇਣ। ਇਹ 70% ਦੀ ਵੀ ਗੱਲ ਇਹ ਕਰਦੇ ਨੇ, EMPLOYEE ਨੂੰ 70% ਸੈਲਰੀ ਦੇ ਦਾਂਗੇ। ਕਿਉਂ ਦੇਣਗੇ 70%? ਉਹਦੀ ਤਨਖਾਹ ਤਾਂ ਪਹਿਲਾਂ ਹੀ ਘੱਟ ਹੈ, ਉਹਨਾਂ ਨੂੰ ਪੂਰੀ ਸੈਲਰੀ ਮਿਲਣੀ ਚਾਹੀਦੀ ਹੈ। ਸਰਕਾਰ ਨੇ ਜਾਣ-ਬੁੱਝ ਕੇ ਇੱਕ ਸਹੀ ਹੁਕਮ ਨਹੀਂ ਕਰਿਆ। ਜਿਹੜੇ ਸਕੂਲਾਂ ਨੇ ਇੱਕ ਤਰ੍ਹਾਂ ਦੀ ਫੀਸ ਬਣਾਈ ਹੈ ਉਹ ਇਲੀਗਲ ਹੈ ਐਕਟ ਦੇ ਮੁਤਾਬਕ, ਕਿਉਂਕਿ ਐਕਟ 'ਚ ਲਿਖਿਆ ਹੈ ਫੀਸ, ਫੰਡਸ ਐਂਡ ਅਦਰ ਚਾਰਜਸ। ਇਹ 3 ਹਿੱਸੇ ਬਣਾਏ ਕਿਉਂ ਨਹੀਂ ਇਹਨਾਂ ਨੇ? ਪੈਸੇ ਇੱਕ ਜਗ੍ਹਾ ਤੇ ਲੈ ਲਏ ਪਰ 3 ਹਿੱਸਿਆਂ 'ਚ ਵੰਡਣੇ ਸੀ। ਇਹ ਜੇ ਨਹੀਂ ਬਣਾਏ, ਜੇ ਉਹ ਸਕੂਲ ਚੱਲਦਾ ਹੈ ਤਾਂ ਸਰਕਾਰ ਨੇ ਜਾਣ-ਬੁੱਝ ਕੇ ਮਿਲੀ ਭੁਗਤਾ ਸਰਕਾਰ ਦੀ। ਅੱਜ ਇਹਦਾ ਫੈਸਲਾ ਮੁੱਖ ਰੂਪ ਦੇ ਵਿੱਚ ਇਹ ਬਣਦਾ ਹੈ, ਇਹ ਜਿਹੜਾ ਮਰਜ਼ੀ ਆਪਦਾ ਤਰਕ ਦੇਈ ਜਾਣ ਵੀ ਸਰਕਾਰ ਦੇ ਵਿੱਚ ਸਰਕਾਰ ਨੇ ਕੋਈ ਪੈਸਾ ਕੰਪਨਸੇਟ ਨਹੀਂ ਕਰਨ ਦੀ, ਮਤਲਬ ਸਰਕਾਰ ਪਹਿਲਾਂ ਹੀ ਆਪਦੇ ਸਕੂਲਾਂ ਨੂੰ ਸੈਲਰੀ ਦੇ ਰਹੀ ਹੈ, ਔਰ 12,000 ਕਰੋੜ ਰੁਪਇਆ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਂਗਾ।
ਠੀਕ ਹੈ ਮੈਂ ਤੁਹਾਡੇ ਕੋਲ ਵਾਪਸ ਆਉਂਗਾ ਮੈਂ ਕਮੈਂਟ ਲੈਣਾ ਮਾਨ ਸਾਹਿਬ ਤੋਂ ਮੈਂ ਜਗਜੀਤ ਜੀ ਤੁਹਾਡੇ ਕੋਲ ਆ ਰਿਹਾ ਮੈਂ ਮਾਨ ਸਾਹਿਬ ਤੋਂ ਕਮੈਂਟ ਲੈਣਾ ਉਹਨਾਂ ਦੀ ਸਾਨੂੰ ਗੱਲ ਮਾਨ ਸਾਹਿਬ ਇਹ ਜਿਹੜੀਆਂ ਡਾਕਟਰ ਸਾਹਿਬ ਨੇ ਗੱਲਾਂ ਕਹੀਆਂ ਨੇ ਸ਼ਾਇਦ ਬਹੁਤ ਕੌੜੀਆਂ ਹੋਣ ਪਰ ਲੋਕ ਇਸ ਚੀਜ਼ ਨੂੰ ਸਮਝ ਰਹੇ ਨੇ ਉਹਨਾਂ ਤੋਂ ਇਹ ਬਿਆਨ ਦਵਾ ਮਾਨ ਸਾਹਿਬ ਕਿ ਜੀ ਸਾਡੀ ਤਨਖਾਹ ਠੀਕ ਹੈ ਮਾਨ ਸਾਹਿਬ ਇਹ ਸਾਡੇ ਕੋਲ ਵੀ ਆਉਂਦੇ ਰਹੇ ਨੇ ਕੇਸ ਮੈਨੇਜਮੈਂਟਾਂ ਟੀਚਰਾਂ ਨੂੰ ਕੰਪੈਦ ਕਰਕੇ ਲਿਆਉਂਦੀਆਂ ਨੇ ਮਾਨ ਸਾਹਿਬ ਜਿਹੜਾ ਬੱਚਾ ਬੋਲਦਾ ਹੈ ਜਿਹੜੇ ਜੀ ਮਾਨ ਸਾਹਿਬ ਤੁਹਾਡਾ ਕਮੈਂਟ ਚਾਹੂੰਗਾ ਸਮਾਂ ਆਪਣੇ ਕੋਲ ਬਹੁਤ ਘੱਟ ਬਚਿਆ ਮੈਨੇਜਮੈਂਟਾਂ ਚਾਰਜ ਲਾਉਂਦੀਆਂ ਨੇ ਕਿ ਦੇਖੋ ਜੀ ਇਹ ਤਾਂ ਰੌਲਾ ਮੈਂ ਇਹੀ ਕਹਾਂਗਾ ਪੇਰੈਂਟਸ ਨੇ ਜਿੰਨੇ ਵੀ ਆਪਦੇ ਬੱਚੇ ਸਕੂਲਾਂ 'ਚ ਪੜ੍ਹਨ ਲਾਏ ਆ ਆਪਦੇ ਵਿੱਤ ਮੁਤਾਬਕ ਲਾਏ ਆ ਬੱਚੇ ਜਿਨ੍ਹਾਂ ਕੋਲੇ ਫ੍ਰੀ ਵੀ ਪੜ੍ਹਦੇ ਆ ਪੇਰੈਂਟਸ ਦੇ ਬੱਚੇ ਕਿਸੇ ਦੇ 10000 ਰੁਪਇਆ ਸਾਲ ਦੀ ਫੀਸ ਹੈ ਕਿਸੇ ਦੀ 20000 ਦੀ ਫੀਸ ਹੈ ਕਿਸੇ ਦੀ 50000 ਦੀ ਫੀਸ ਮਾਪੇ ਹੈ ਤੰਗ ਨੇ ਰੌਲਾ ਤਾਂ ਸੀ ਮਾਪਿਆਂ ਦੇ ਸੱਚਮੁੱਚ ਰੁਜ਼ਗਾਰ ਬੰਦ ਹੋਏ ਨੇ ਜੇ ਇੱਕ ਕਾਰਖਾਨਾ ਨੇ ਦੁੱਗਣੀਆਂ ਕਰ ਦਿੱਤੀਆਂ ਗਵਰਨਮੈਂਟ ਦਾ ਪਰ ਜੋ ਪੰਜਾਬ ਬੋਰਡ ਨਾਲ ਸੰਬੰਧਿਤ ਹੈ ਉਹਨਾਂ ਦੀ ਫੀਸ ਕਿਵੇਂ ਕਹਿ ਰਿਹਾ ਸਾਰੇ ਸਾਲ ਦੀ 10000 ਤੋਂ ਲੈ ਕੇ 20000 ਤੱਕ ਹੋਊਗੀ ਉਹਦੇ ਵਿੱਚ ਹੀ ਬੱਸ ਦਾ ਕਿਰਾਇਆ ਵੀ ਹੋਊਗਾ ਗਲਤ ਕਹਿ ਰਿਹਾ ਪਰ ਮੈਂ ਜਿਵੇਂ ਪਿਆਰੇ ਲਾਲ ਜੀ ਨੇ ਕਿਹਾ ਵੀ ਇਹਨਾਂ ਦੇ ਇਸ ਤਰ੍ਹਾਂ ਕੰਮ ਕਰਦੇ ਮੈਂ ਨਹੀਂ ਮੰਨਦਾ ਇਹਨਾਂ ਸਕੂਲਾਂ ਦਾ ਪੂਰੀ ਤਨਖਾਹ ਮਿਲੀ ਹੈ 80% ਸਕੂਲਾਂ ਦੇ ਕੋਲੇ ਇਹੋ ਜੀ ਆਮਦਨੀ ਵੀ ਕਿ ਉਹ ਟੀਚਰ ਨਾਲ ਜਾਂ ਪੇਰੈਂਟਸ ਨਾਲ ਕੋਈ ਜਾਤੀ ਕਰਦੇ ਹੁਣ ਉਹ ਜੋ ਲਈ 20000 ਤੋਂ ਉੱਤੇ ਨਹੀਂ ਲਏ ਸਣੇ ਬੱਸ ਦਾ ਖਰਚ ਵੀ ਹੈ ਡਾਕਟਰ ਸਾਹਿਬ ਮੈਂ ਤੁਹਾਨੂੰ ਵਿਚਾਲੇ ਰੋਕਣਾ ਚਾਹੂੰਗਾ ਮੈਂ ਮਾਨ ਸਾਹਿਬ ਤੋਂ ਰਿਐਕਸ਼ਨ ਲੈ ਰਿਹਾ ਮੈਨੂੰ 2 ਮਿੰਟ ਚਾਹੀਦੇ ਨੇ ਗੌਰਵ ਜੀ ਜੇ ਕਹਿੰਦੇ ਨੇ ਅਸੀਂ 1 ਸਾਲ ਦੀ ਬੱਸ ਲੈ ਜੀ ਇਹ ਬੱਸ ਕੋਈ 1 ਦਿਨ ਚੱਲਣੀ ਹੈ ਨਹੀਂ ਮਾਨ ਸਾਹਿਬ ਬਹੁਤ ਸਿੱਧਾ ਜਿਹਾ ਸਵਾਲ ਹੈ ਨਾ 80% ਸਕੂਲ ਅਜਿਹੇ ਨੇ ਜਿਨ੍ਹਾਂ ਦੇ ਕੋਲ ਕੋਈ ਆਪਣਾ ਰਿਜ਼ਰਵ ਜਾਂ ਕਹੀਏ ਕਿ ਜਿਹੜੀ ਸਰਪਲਸ ਮਨੀ ਨਹੀਂ ਹੈ ਤਾਂ ਉਹਨਾਂ ਦੇ ਵਿੱਚੋਂ ਇਹ ਵੀ ਤਾਂ ਦੇਖੋ ਕਿ ਕਿੰਨੇ ਲੋਕ ਹੋਣਗੇ ਉਹਨਾਂ ਚੋਂ ਵੀ 80% ਲੋਕ ਹੋਣਗੇ ਸਰ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਸਮਰੱਥਾ ਤੋਂ ਵੱਧ ਕੇ ਪੜ੍ਹਾ ਰਹੇ ਨੇ ਅੱਜ ਕੱਲ ਦੇ ਲੋਕ ਜਿਹੜਾ ਰੋਜ਼ 500 700 ਕਮਾ ਰਿਹਾ ਹੈ ਦਿਹਾੜੀ ਕਰਦਾ ਹੈ ਉਹ ਵੀ ਸ਼ਖਸ ਕਿਤੇ ਨਾ ਕਿਤੇ ਵਧੀਆ ਸਕੂਲ ਚ ਲਗਾਉਂਦਾ ਕਿ ਚਲੋ ਠੀਕ ਆ ਔਖੇ ਸੌਖੇ ਮੈਂ 2000 2500 ਮਹੀਨੇ ਦੇ ਜਿਵੇਂ ਮਰਜ਼ੀ ਦਵਾ ਇੰਸਟੀਟਿਊਸ਼ਨਾਂ ਕੋਲ ਲੈ ਕੇ ਜਾਂਦੇ ਨੇ ਜੀ ਜਸਪ੍ਰੀਤ ਜੀ ਮੈਂ ਤੁਹਾਡਾ ਕਮੈਂਟ ਚਾਹੂੰਗਾ ਜਸਪ੍ਰੀਤ ਜੀ ਸਾਡੇ ਸਾਹਮਣੇ ਰਿਕਾਰਡ ਤੇ ਨਹੀਂ ਕੇਸ ਕੋਈ ਐ ਜਵਾਨੀ ਗੱਲਾਂ ਦੇਖੋ ਜੀ ਪਹਿਲਾਂ ਮੈਂ ਜਗਜੀਤ ਜੀ ਆਉਂਗਾ ਤੁਹਾਡੇ ਕੋਲ ਜਸਪ੍ਰੀਤ ਜੀ ਦਾ ਇੱਕ ਕਮੈਂਟ ਲੈ ਜਸਪ੍ਰੀਤ ਜੀ ਉਹ ਜਿਹਦੇ ਕੋਲ ਵੀ ਗਿਆ ਹੋਇਆ ਉਹਨੂੰ ਕਰੋ ਰਿਕਵਰ ਉਹਨੇ ਨਾਲ ਸਕੂਲ ਮਾਨ ਸਾਹਿਬ ਜਿਹੜੀ ਗੱਲ ਨਹੀਂ ਕਹਿ ਰਹੇ ਨੇ ਕਿ ਸਾਰਿਆਂ ਨੂੰ ਅਕਾਰ ਕਰਕੇ ਸਰਕਾਰ ਦੀ ਆੜਾ ਵਧਾਈ ਚਲੋ ਮੈਂ ਮਾਨ ਸਾਹਿਬ ਦੀ ਗੱਲ ਦਾ ਮਾਨ ਰੱਖਦਾ ਹੋ ਸਕਦਾ ਮਾਨ ਸਾਹਿਬ ਪੜਾਉਂਦੇ ਵੀ ਹੋਣਗੇ ਬੱਚਿਆਂ ਨੂੰ ਮੈਂ ਲੁਧਿਆਣੇ ਦੇ ਸਕੂਲਾਂ ਦੇ ਨਾਂ ਨਹੀਂ ਲੈਣੇ ਜਿਹੜੇ ਕਿ ਬਹੁਤ 5 ਸਟਾਰ ਹੋਟਲ ਬਿਜ਼ਨੈਸਸ ਖੁੱਲੇ ਹੋਏ ਨੇ ਉਹ ਬੱਚਿਆਂ ਨੂੰ ਫ੍ਰੀ ਤਾਂ ਦੂਰ ਦੀ ਗੱਲ ਜੇ ਕਿਸੇ ਬੱਚੇ ਕੋਲੇ 2 ਰੁਪਏ ਫੀਸ ਘੱਟ ਵੀ ਹੁੰਦੀ ਹੈ ਉਹਨੂੰ ਕਲਾਸ 'ਚ ਤੇ ਉਹਦੇ ਪੇਰੈਂਟਸ ਨੂੰ ਈ ਕੇਅਰਸ ਦੇ ਜ਼ਰੀਏ ਜਾਂ ਆਪਣੇ ਸੋਰਸਸ ਜ਼ਰੀਏ ਉਹਨਾਂ ਨੂੰ ਮੈਸੇਜ ਪਹੁੰਚਾਉਂਦੇ ਨੇ ਕਿ ਸਾਨੂੰ ਫੀਸ ਨਹੀਂ ਆਈ ਦੂਜੀ ਗੱਲ ਜਿਹੜੀਆਂ ਗਰਗ ਸਾਹਿਬ ਨੇ ਗੱਲਾਂ ਕੀਤੀਆਂ ਉਹਦੇ 'ਚ ਕੁਝ ਐਪਰੀਸ਼ੀਏਬਲ ਨੇ RTE 2009 ਦੇ ਕਾਨੂੰਨ ਦੀ ਗੱਲ ਕਰਦੇ ਸੀ ਜਗਜੀਤ ਜੀ ਜਿਹੜੀ ਗੱਲ ਮੈਂ ਦੱਸਦਾ ਬਿਲਕੁਲ ਠੀਕ ਹੈ ਇਹਨਾਂ ਨੇ ਕਿਹਾ ਤਨਖਾਹਾਂ ਬਹੁਤ ਘੱਟ ਦਿੰਦੇ ਨੇ ਔਰ ਸਾਈਨ ਵੱਧ ਤਨਖਾਹਾਂ ਤੇ ਕਰਾਉਂਦੇ ਨੇ ਔਰ ਬਿਗ ਸਕੂਲਸ ਇਹਨਾਂ ਕੋਲੇ ਬਹੁਤ ਫੰਡਸ ਨੇ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ 8% ਰੂਲ ਵਾਈਜ਼ ਐਨੂਅਲੀ ਇਹ ਵਧਾ ਸਕਦੇ ਨੇ RTE ਐਕਟ 2009 ਦੇ ਅਕੋਰਡਿੰਗਲੀ ਲੱਖਾਂ ਰੁਪਏ ਕਈ ਸਕੂਲ ਮੈਂ ਦੇਖੋ ਇਸ ਵੀਡੀਓ ਰਾਹੀਂ ਮੈਂ ਨਾਮ ਨਹੀਂ ਲੈਣਾ ਸਕੂਲਸ ਦਾ ਬਿਕੋਜ਼ ਉਹਨਾਂ ਤੇ ਪਰਸਨਲ ਅਟੈਕ ਹੋ ਲੱਖਾਂ ਰੁਪਏ ਰੀਐਡਮਿਸ਼ਨਾਂ ਸਾਡੇ ਲੁਧਿਆਣੇ ਦੇ ਮੈਂ ਤੁਹਾਨੂੰ ਸਕੂਲ ਗਿਣਾਉਣ ਨੂੰ ਤਿਆਰ ਹਾਂ ਜਿਹੜੇ ਲੱਖਾਂ ਰੁਪਏ ਰੀਐਡਮਿਸ਼ਨਾਂ ਲੈ ਰਹੇ ਨੇ ਉਹ RTE ਕਾਨੂੰਨ ਨੂੰ ਕਿਉਂ ਨਹੀਂ ਫੋਲੋ ਕਰਦੇ 2009 ਨੂੰ ਔਰ ਮਾਨ ਸਾਹਿਬ ਕਹਿੰਦੇ ਬੱਚੇ ਫ੍ਰੀ ਪੜਾਉਨੇ ਆ ਮੈਂ ਕਹਿੰਦਾ ਮਾਨ ਸਾਹਿਬ ਪੜਾਉਂਦੇ ਹੋਣਗੇ ਜੀ ਧੰਨਵਾਦ ਬਹੁਤ ਜਿਨ੍ਹਾਂ ਦੀਆਂ ਫੀਸਾਂ ਨਹੀਂ ਪੂਰੀਆਂ ਮੈਂ ਇੱਕ ਫਾਈਨਲ ਕਮੈਂਟ ਚਾਹਨਾ ਸਾਰਿਆਂ ਤੋਂ ਜਸਪ੍ਰੀਤ ਜੀ ਇੱਕ ਸੈਕਿੰਡ ਸਰ ਜਿਹੜਾ ਤੁਸੀਂ ਤਰਕ ਰੱਖ ਰਹੇ ਹੋ ਨਾ ਮੈਂ ਉਮੀਦ ਕਰਾਂਗਾ ਕਿ ਜਿਹੜੇ ਨੁਮਾਇੰਦੇ ਮੀਟਿੰਗਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਉੱਥੇ ਤਰਕ ਰੱਖਣ ਜੇ ਇੱਥੇ ਗੱਲਬਾਤ ਬਣਦੀ ਸਾਨੂੰ ਨਜ਼ਰ ਆ ਰਹੀ ਹੈ ਆਪਸ ਦੇ ਵਿੱਚ ਸਾਰਿਆਂ ਦੀ ਤਾਂ ਉੱਥੇ ਕਿਉਂ ਨਹੀਂ ਬਣਦੀ ਜਦੋਂ ਸਰਕਾਰ ਇੱਕ ਟੇਬਲ ਦੇ ਉੱਤੇ ਇਕੱਠੇ ਕਰਦੀ ਹੈ ਜਸਪ੍ਰੀਤ ਜੀ ਸਿੱਧਾ ਮੇਰੇ ਤੋਂ ਤੁਹਾਡੇ ਤੋਂ ਸਵਾਲ ਹੈ ਕਿ ਬਿਲਕੁਲ ਫੀਸ ਨਹੀਂ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਨੈਗੋਸ਼ੀਏਟ ਕਰਕੇ 40-50% ਫੀਸ 30% ਫੀਸ ਅਜਿਹੀ ਕੋਈ ਫਿਗਰ ਜਾਰੀ ਕੀਤੀ ਜਾ ਸਕਦੀ ਹੈ ਕਿ ਘੱਟੋ ਘੱਟ ਇੰਨੀ ਫੀਸ ਲੈ ਲਵੋ ਸਕੂਲਾਂ ਦਾ ਆਪਣਾ ਤਰਕ ਹੈ ਜਾਂ ਤੁਸੀਂ ਜ਼ੀਰੋ ਫੀਸ ਤੇ ਅੜੇ ਹੋਏ ਹੋ ਦੇਖੋ ਜੀ ਇਹਦੇ ਵਿੱਚ ਮੈਂ ਐਜ਼ ਪੇਰੈਂਟਸ ਜੇ ਗੱਲ ਕਰਾਂ ਨੰਬਰ 1 ਇਜ਼ 70% ਫੀਸ ਹੈ ਜਿਹੜੀ ਇਟ ਸ਼ੁੱਡ ਨਾਟ ਬੀ ਮੋਰ ਦੈਨ 50% ਫੀ ਉਹ ਵੀ ਆਫਟਰ ਲਾਕਡਾਊਨ ਹੋਣੀ ਚਾਹੀਦੀ ਹੈ ਬਿਫੋਰ ਲਾਕਡਾਊਨ ਨਹੀਂ ਬਿਕੋਜ਼ ਸਕੂਲਸ ਨੇ ਵੀ ਆਪਣਾ ਬਿਜ਼ਨਸ ਚਲਾਉਣਾ ਦੂਜੀ ਗੱਲ ਕਰੋਨਾ ਅਫੈਕਟਿਵ ਈਅਰ 2021 ਚ ਇਹ ਸਕੂਲਸ ਰੀਐਡਮਿਸ਼ਨ ਨਹੀਂ ਲੈਣਗੇ ਇਸ ਸਾਲ ਰੀਐਡਮਿਸ਼ਨ ਥਰਡ ਥਿੰਗ ਇਜ਼ ਕਿਸੇ ਵੀ ਬੱਚੇ ਨੂੰ ਆਨਲਾਈਨ ਜੇ ਪੜ੍ਹਾਈ ਕਿਸੇ ਵੀ ਬੱਚੇ ਨੂੰ ਜੇ ਆਨਲਾਈਨ ਪੜ੍ਹਾਈ ਕਰਾਉਣੀ ਹੈ ਤੋਂ ਫੀਸ ਜ਼ਿਆਦਾ ਨਾ ਹੋਵੇ ਮੈਂ ਘੱਟ ਸ਼ਬਦਾਂ ਦੇ ਵਿੱਚ ਜਸਪ੍ਰੀਤ ਜੀ ਘੱਟ ਸ਼ਬਦਾਂ ਦੇ ਵਿੱਚ 50% ਤੋਂ ਜ਼ਿਆਦਾ ਫੀਸ ਨਾ ਹੋਵੇ ਤੇ ਐਡਮਿਸ਼ਨ ਫੀਸ ਨਾ ਹੋਵੇ ਇਹੀ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਹਾਂ ਇਹੀ ਹੋਣਾ ਚਾਹੀਦਾ ਔਰ 50% ਆਫਟਰ ਲਾਕਡਾਊਨ ਸ਼ੁਰੂ ਹੋਣੀ ਚਾਹੀਦੀ ਲਾਕਡਾਊਨ ਪੀਰੀਅਡ ਦੌਰਾਨ ਨੋ ਫੀਸ ਅੱਛਾ ਤੁਸੀਂ ਕਹਿ ਰਹੇ ਹੋ 3-4 ਮਹੀਨੇ ਦੀ ਫੀਸ ਹੀ ਨਾ ਹੋਵੇ
ਠੀਕ ਹੈ, ਤੁਸੀਂ ਕਹਿ ਰਹੇ ਹੋ 3-4 ਮਹੀਨੇ ਦੀ ਫੀਸ ਹੋਵੇ ਨਾ Exactly, ਜ਼ੀਰੋ, exactly. ਉਸ ਤੋਂ After ਬਾਅਦ lockdown, ਹਾਂ, 50%। ਉਹ ਨਾ ਹੋਵੇ ਆਫਟਰ ਲਾਕਡਾਊਨ ਹੋਈ ਹੈ। ਠੀਕ ਹੈ। Exactly, ਜਗਜੀਤ ਜੀ, exactly. ਉਹ ਵੀ ਜਗਜੀਤ ਜੀ, ਉਹ ਵੀ year ਜਿਹੜੀ ਗੱਲ- 2021 ਜਗਜੀਤ ਜੀ, ਇਹ ਮੰਗ ਜਿਹੜੀ ਹੈਗੀ ਹੈ ਪ੍ਰਾਈਵੇਟ ਸਰ ਮੈਨੂੰ Private ਗੱਲ ਸਕੂਲਾਂ ਦੇ ਕਰਨ ਸਾਹਮਣੇ ਦਿਓ, ਹੁਣ ਮੈਨੂੰ ਗੱਲ ਕਰਨ ਇਹ ਦਿਓ। ਪੋਸਿਬਿਲਿਟੀ ਮੈਂ- ਨਜ਼ਰ ਆਉਂਦੀ ਹੈ ਇਹਦੇ ਵਿੱਚ ਕੁਝ ਵੀ। ਸਰ ਮੈਨੂੰ ਗੱਲ ਕਰਨ ਦਿਓ। ਜੀ, ਜੀ। ਮੈਂ ਇਹ ਗੱਲ ਕਹਿਣੀ ਚਾਹਣਾ ਵੀ ਇਹਨੂੰ ਪਰਸੈਂਟੇਜ ਦੇ ਵਿੱਚ ਦੇਖੋ, ਇੱਕ ਗੱਲ ਸਮਝਣੀ ਪਊਗੀ ਵੀ ਪੰਜਾਬ ਦੇ ਵਿੱਚ 3-4 ਕੈਟਾਗਰੀ ਦੇ ਸਕੂਲ ਨੇ, ਜਿਵੇਂ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਮਾਨ ਸਾਹਿਬ, ਇਹ 500 ਤੋਂ ਲੈ ਕੇ 1200 ਦੀ ਰੇਂਜ ਦੇ ਵਿੱਚ ਨੇ। ਬਹੁਤੇ ਸਕੂਲ 1200 ਤੋਂ ਲੈ ਕੇ 2500 3000 ਤੱਕ ਦੀ ਰੇਂਜ ਦੇ ਨੇ। ਜਿਹੜੇ ਦੂਸਰੇ ਨੇ ਉਹ 3000 ਤੋਂ ਉੱਪਰ ਦੀ ਰੇਂਜ ਦੇ ਨੇ। ਤਾਂ ਇੱਕੋ ਹੀ ਪੈਮਾਨਾ ਸਾਰਿਆਂ ਦੇ ਉੱਤੇ ਜੀ। ਲਾ ਦੇਣਾ ਇਹ ਜਸਟੀਫਾਈਡ ਨਹੀਂ ਹੋਊਗਾ। ਇਹਦੇ ਨਾਲ ਜਿਹੜੇ ਛੋਟੇ ਸਕੂਲ ਨੇ, ਘੱਟ ਫੀਸ ਸਟਰਕਚਰ ਵਾਲੇ ਨੇ, ਉਹ ਬੰਦ ਹੋਣ, ਜਿਨ੍ਹਾਂ ਕੋਲ ਸਰਪਲਸ ਪੈਸਾ ਵੀ ਨਹੀਂ ਹੈਗਾ, ਉਹ ਬੰਦ ਹੋਣ ਦੀ ਨੌਬਤ ਦੇ ਵਿੱਚ ਆ ਜਾਣਗੇ। ਅਸੀਂ, ਮੈਂ ਪਹਿਲੇ ਸਪਸ਼ਟ ਕਰ ਦਿੱਤਾ, ਮੈਨੇਜਮੈਂਟ ਠੀਕ ਹੈ। ਇਸ ਦੌਰ ਦੇ ਵਿੱਚ ਬਿਲਕੁਲ ਨਹੀਂ ਚਾਹੁੰਦੇ ਕੋਈ ਪ੍ਰੋਫਿਟ ਕਮਾਉਣਾ। ਅਸੀਂ ਕਹਿ ਰਹੇ ਹਾਂ ਵੀ ਜਿਹੜੇ ਸਕੂਲ ਦੇ ਜਿੰਨੇ ਐਕਸਪੈਂਸਸ ਨੇ ਉਹ 70% ਨਾਲ ਪੂਰੇ ਹੁੰਦੇ ਨੇ, 80 ਨਾਲ ਹੁੰਦੇ ਨੇ, ਉਸ ਫੀਸ ਸਟਰਕਚਰ ਦੇ 50 ਨਾਲ ਪੂਰੇ ਹੁੰਦੇ ਨੇ, 60 ਨਾਲ ਪੂਰੇ ਹੁੰਦੇ ਨੇ। ਮਸਲਾ ਸਿਰਫ ਜੁੜਿਆ ਹੋਇਆ ਇੱਕ ਚੀਜ਼ ਹੈ ਜੋ ਸਾਰੇ ਬੰਦੇ ਨੈਗਲੈਕਟ ਕਰ ਰਹੇ ਨੇ, ਉਹ ਹੈਗੀ ਟਰਾਂਸਪੋਰਟੇਸ਼ਨ। ਦੇਖੋ, ਜਿਹੜੇ ਟਰਾਂਸਪੋਰਟਰ 3 ਤਰ੍ਹਾਂ ਦੀ ਗੱਲ ਆ, ਕਈਆਂ ਨੇ ਟਰਾਂਸਪੋਰਟਰ ਹਾਈ ਕੀਤੇ ਹੋਏ ਨੇ, ਕਈ ਪੇਰੈਂਟਸ ਦੀ ਟਰਾਂਸਪੋਰਟੇਸ਼ਨ ਆ, ਕਈ ਸਕੂਲ ਵੱਲੋਂ ਹੈਗੀ ਆ। ਜਿਹੜੇ ਉਸ ਫੀਸ ਦੇ ਕੰਪੋਨੈਂਟ ਦੀ ਕੋਈ ਵੀ ਬੰਦਾ ਵਰਗ ਗੱਲ ਨਹੀਂ ਠੀਕ ਹੈ। ਕਰ ਰਿਹਾ। ਸੋ ਠੀਕ ਇਸ ਹੈ। ਲਈ ਉਹਨਾਂ ਦਾ ਵੀ ਖਿਆਲ ਜੀ। ਰੱਖਣਾ, ਉਹਨਾਂ ਨੂੰ ਵੀ ਨਹੀਂ ਸੈਲਰੀ ਜਗਜੀਤ ਜੀ, ਫਿਰ ਉਹ ਕਹਾਣੀ ਨਾ ਉੱਥੇ ਆ ਕੇ ਰੁਕ ਜਾਂਦੀ ਹੈ ਜੀ। ਕਿ ਜਦੋਂ ਸਪਸ਼ਟ ਕੋਈ ਚੀਜ਼ ਨਾ ਹੋਵੇ। ਜਾਂ ਤਾਂ ਤੁਸੀਂ ਦੱਸੋ ਤਿੰਨੇ ਕੈਟਾਗਰੀ ਜਿਹੜੀਆਂ ਹੈਗੀਆਂ ਨੇ ਕਿ ਇੰਨੀ ਫੀਸ ਘੱਟੋ ਘੱਟ ਹੋਵੇ, ਅਸੀਂ ਇਸ ਤੋਂ ਥੱਲੇ ਨਹੀਂ ਗੱਲ ਕਰਾਂਗੇ। ਜੀ। ਉਧਰ ਦੂਜੇ ਪਾਸੇ ਪੇਰੈਂਟਸ ਐਸੋਸੀਏਸ਼ਨ ਉਹ ਆਪਣੇ ਤਰੀਕੇ ਨਾਲ ਗੱਲ ਸਰ, ਮੈਂ ਕਰਨ ਤੁਹਾਨੂੰ ਤੇ ਗੱਲ ਤਾਂ ਇਸ ਲੱਗਦਾ ਇਸੇ ਚੈਨਲ- ਕਰਕੇ ਸਿਰੇ ਨਹੀਂ ਇਸ ਚੜ ਚੈਨਲ ਦੇ ਰਹੀ। ਮਾਧਿਅਮ ਪਰ ਦੇ ਦੂਜੇ ਪਾਸੇ ਸਵਾਲ ਤਾਂ ਉਹ ਵੀ ਹੋ ਗਿਆ ਕਿ ਜਿਨ੍ਹਾਂ ਦੀ ਆਮਦਨ ਖਤਮ ਹੋ ਗਈ ਉਹ ਕੀ ਕਰਨ? ਆਪਣੇ ਬੈਂਕ ਦੀ ਬੈਲੈਂਸ ਸ਼ੀਟ ਲੈ ਕੇ ਪਹੁੰਚਣ ਤੁਹਾਡੇ ਕੋਲ, ਤੁਸੀਂ ਸਰ, ਰਿਆਇਤ ਅਸੀਂ ਦੋਗੇ ਬਿਲਕੁਲ ਉਹਨਾਂ ਨੂੰ ਜਾਂ ਫਿਰ ਕੋਈ ਹੋਰ adjust ਹਿੱਲਾ ਕੱਢਿਆ ਜਾਵੇ? ਅਸੀਂ ਖੈਰ, ਮੇਰੇ ਕੋਲ adjust ਸਮਾਂ ਕੰਪਲੀਟ ਹੋ ਚੱਲਿਆ। ਚਲੋ ਠੀਕ ਹੈ, ਸ਼ੁਕਰੀਆ, ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਇੱਕ ਬਹੁਤ ਸੀਰੀਅਸ ਇਹ ਪੂਰਾ ਇਸ਼ੂ ਹੈ ਜਿਸ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ। ਅਸੀਂ ਅੱਗੇ ਵੀ ਲਗਾਤਾਰ ਗੱਲਬਾਤ ਕਰਦੇ ਰਹਾਂਗੇ, ਪਰ ਅਸੀਂ ਸ਼ੁਰੂਆਤ ਦੇ ਵਿੱਚ ਜੋ ਸਵਾਲ ਪੁੱਛਿਆ ਸੀ ਉਸ ਦਾ ਜਵਾਬ ਵੀ ਤੁਹਾਡੇ ਤੱਕ ਪਹੁੰਚਾਣੇ ਆ। ਉਮੀਦ ਕਰਾਂਗੇ ਸਰਕਾਰ ਤੱਕ ਵੀ ਪਹੁੰਚੇ। ਸਾਡਾ ਸਵਾਲ ਸੀ ਕਿ ਜ਼ਰੂਰੀ ਹੈ 70% ਦੀ ਫੀਸ? ਤਾਂ ਜਿਹੜੇ ਪੇਰੈਂਟਸ ਐਸੋਸੀਏਸ਼ਨ ਅਤੇ ਸਕੂਲ ਐਸੋਸੀਏਸ਼ਨ ਦੇ ਲੋਕ ਸਾਡੇ ਨਾਲ ਜੁੜੇ ਨੇ, ਉਹ ਵੀ ਜ਼ਰੂਰ ਦੇਖਣ ਕਿ ਲੋਕ ਕੀ ਚਾਹ ਰਹੇ ਨੇ ਇਸ ਸਮੇਂ, ਉਹਨਾਂ ਦਾ ਕੀ ਜਵਾਬ ਸਾਡੇ ਕੋਲ ਪਹੁੰਚਿਆ ਹੈ। ਇਹ ਅਸੀਂ ਸਵਾਲ ਪੁੱਛਿਆ ਸੀ ਕਿ ਜ਼ਰੂਰੀ ਹੈ 70% ਦੀ ਫੀਸ, ਤਾਂ ਜੋ ਸਾਡੇ ਕੋਲ ਜਵਾਬ ਪਹੁੰਚਿਆ ਉਸ ਦੇ ਵਿੱਚੋਂ ਸਿਰਫ 27% ਲੋਕ ਕਹਿੰਦੇ ਨੇ ਹਾਂ ਜ਼ਰੂਰੀ ਹੈ 70% ਫੀਸ। ਜਦਕਿ ਅੰਕੜਾ ਦੇਖੋ 73% ਲੋਕਾਂ ਦਾ, ਜਿਹੜੇ ਸਾਡੇ ਕੋਲ ਮੈਸੇजेस ਪਹੁੰਚੇ ਨੇ, 73% ਲੋਕ ਕਹਿ ਰਹੇ ਨੇ ਕਿ ਜੀ ਨਹੀਂ, ਜ਼ਰੂਰੀ ਨਹੀਂ ਹੈ 70% ਫੀਸ। ਉਮੀਦ ਹੈ ਸਰਕਾਰ ਤੱਕ ਵੀ ਅੰਕੜਾ ਪਹੁੰਚੇਗਾ। ਕੋਈ ਮੀਟਿੰਗ ਅੱਜ ਹੋਵੇ, ਉਸ ਮੀਟਿੰਗ ਦੇ ਵਿੱਚ ਇਸ ਦਾ ਜ਼ਿਕਰ ਜ਼ਰੂਰ ਕਰਨਾ। ਜੇਕਰ ਤੁਸੀਂ ਪੇਰੈਂਟਸ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਅੱਜ ਸਰਕਾਰ ਦੀ ਮੀਟਿੰਗ ਦੇ ਵਿੱਚ ਕਰਨ ਜਾ ਰਹੇ ਹੋ, ਨਿਊਜ਼ 18 ਦੇ ਦਰਸ਼ਕ ਕਹਿ ਰਹੇ ਨੇ ਕਿ 73% ਤੱਕ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਨਹੀਂ, ਫੀਸ ਲੈਣ ਦੀ ਜ਼ਰੂਰਤ, 70% ਫੀਸ ਦੀ ਜ਼ਰੂਰਤ ਨਹੀਂ ਹੈ। ਉਮੀਦ ਹੈ ਕਿ ਜਲਦ ਗੰਭੀਰਤਾ ਦੇ ਨਾਲ ਗੱਲ ਹੋਵੇਗੀ ਤੇ ਇਸ ਮੁੱਦੇ ਦਾ ਹੱਲ ਵੀ ਹੋਵੇਗਾ। ਇਜਾਜ਼ਤ ਦਿਓ ਫਿਲਹਾਲ, ਧੰਨਵਾਦ।